ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਦੋਹਰਾ ਸਕਲ ਸੈਲ ਪਤ ਮੇਲ ਕਰ ਤੀਰਥ ਮੇਲੇ ਮਾਏ। ਦਾਨ ਮਹਾਨ ਸ਼ਨਾਨ ਤਨ ਬਹੁਤ ਠਾਨ ਚਿਤ ਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸਦੇ। ਨੌਵੇਂ ਪਾਤਸ਼ਾਹ ਵੈਰਾਗ ਤਿਆਗ ਤੇ ਅਨੁਰਾਗ ਦੀ ਮਹਾਨ ਮੂਰਤ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਇਆ ਨਿਧ ਅੰਤਰਯਾਮੀ ਸਤਿਗੁਰਾਂ ਦੀਆਂ ਪਾਵਨ ਖੁਸ਼ੀਆਂ ਆਪ ਜੀ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਹਾਜ਼ਰ ਹੋ ਕੇ ਪ੍ਰਾਪਤ ਕਰਦੇ। ਸਾਹਿਬੇ ਕਮਾਲ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ
ਬਹੁਤ ਹੀ ਅਦਬ ਸਤਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਚੰਬੇ ਦੀ ਰਾਜਕੁਮਾਰੀ ਨੇ ਕਾਵ ਰੂਪ ਵਿੱਚ ਜੋ ਸਵਾਲ ਸਤਿਗੁਰਾਂ ਨੂੰ ਬੇਨਤੀ ਕਰਕੇ ਪੁੱਛੇ, ਉਹਨਾਂ ਸਵਾਲਾਂ ਦੇ ਅਧਿਆਤਮਿਕ ਜਵਾਬ ਕਾਵ ਰੂਪ ਵਿੱਚ ਹੀ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤੇ। ਸਤਿਗੁਰਾਂ ਦੇ ਚਰਨਾਂ 'ਚ ਆਈ, ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕੀਤੇ। ਗੁਰੂ ਕੀ ਕਿਰਪਾ, ਸਤਿਗੁਰਾਂ ਦੀ ਦਇਆ ਦੀ ਪਾਤਰ ਹੋ ਗਏ। ਐਸਾ ਵੀ ਇਤਿਹਾਸਕਾਰ ਲਿਖਦੇ ਨੇ ਕਿ ਬੜੀ ਸਿਆਣੀ ਦੂਰਅੰਦੇਸ਼ੀ ਬਿਰਤੀ ਵਾਲੀ ਸੀ। ਇਸ ਨੇ ਬੇਨਤੀ ਕਰਕੇ ਸਤਿਗੁਰਾਂ ਨੂੰ ਕਹਿ ਦਿੱਤਾ ਸੀ, ਮਹਾਰਾਜ ਇਹ ਪਹਾੜੀ ਰਾਜਿਆਂ ਦੇ ਵਿੱਚ ਕੋਈ ਗੈਰਤ ਨਾਮ ਦੀ ਚੀਜ਼ ਨਹੀਂ। ਇਹ ਉਹ ਤਿਲ ਹਨ ਜਿਨ੍ਹਾਂ ਵਿੱਚੋਂ ਕੋਈ ਤੇਲ ਨਹੀਂ ਨਿਕਲਣਾ। ਇਹ ਤੁਹਾਡੇ ਨਾਲ ਰਲ ਕੇ ਔਰੰਗਜ਼ੇਬ ਬਾਦਸ਼ਾਹ ਨਾਲ ਲੜਨ ਵਾਸਤੇ ਤਿਆਰ ਕਦੇ ਨਹੀਂ ਹੋਣਗੇ, ਕਿਉਂਕਿ ਇਹ ਤਾਂ ਔਰੰਗਜ਼ੇਬ ਅੱਗੇ ਆਪਣੀਆਂ ਬੇਟੀਆਂ ਦੇ ਡੋਲੇ ਭੇਟ ਕਰਕੇ ਆਪਣਾ ਰਾਜ ਬਰਕਰਾਰ ਰੱਖਣ ਵਾਲੇ ਲੋਕ ਨੇ। ਗੁਰਦੇਵ ਨੇ ਚੰਬੇ ਦੀ ਰਾਜਕੁਮਾਰੀ ਨੂੰ ਮੁਕਤੀ ਦਾ ਦਾਨ ਬਖਸ਼ਿਸ਼ ਕੀਤਾ ਹੈ। ਰਵਾਲਸਰ ਸਾਹਿਬ ਕਲਗੀਧਰ ਜੀ ਦਾ ਮੁਕਾਮ ਹੈ। ਉੱਥੋਂ ਦੇ ਕੁਝ ਪ੍ਰਸੰਗ ਜੋ ਰਵਾਲਸਰ ਸਾਹਿਬ ਦੀ ਧਰਤੀ ਨਾਲ ਜੁੜੇ ਹੋਏ ਨੇ, ਸੋ ਸਾਖੀ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ ਹੈ। ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਉਹ ਪ੍ਰਸੰਗਾਂ ਦਾ ਜ਼ਿਕਰ ਇੱਥੇ ਕਥਾ ਵਿੱਚ ਕਰ ਰਹੇ ਨੇ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਕਲਗੀਧਰ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ, ਜਿੱਥੇ ਤਨ ਕਰਕੇ ਸਰੀਰ ਕਰਕੇ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਰਹੇ ਹਾਂ, ਉੱਥੇ ਨਾਲ ਆਪਣਿਆਂ ਮਨਾਂ ਦੀ ਸੁਰਤੀਆਂ ਦੀ ਹਾਜ਼ਰੀ ਸਤਿਗੁਰਾਂ ਦੇ ਚਰਨਾਂ ਵਿੱਚ ਭਰਦੇ ਹੋਇਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਕਲ ਸੈਲ ਪਤ ਮੇਲ ਕਰ ਤੀਰਤ ਮੇਲੇ ਮਾਏ। ਜਿਤਨੇ ਪਹਾੜੀ ਰਾਜੇ ਹਨ, ਇਹ ਸਾਰੇ ਪਹਾੜੀ ਰਾਜੇ ਮਿਲ ਕੇ ਰਵਾਲਸਰ ਸਾਹਿਬ ਦਾ ਜੋ ਤੀਰਥ ਹੈ, ਇੱਥੇ ਜੋ ਮੇਲਾ ਲੱਗਦਾ ਹੈ ਹਰ ਸਾਲ ਵਿਸਾਖੀ ਦੇ ਨੇੜੇ, ਉਸ ਮੇਲੇ ਤੇ ਬਹੁਤ ਸਾਰੇ ਰਾਜੇ ਇਕੱਠੇ ਹੋਏ ਆਏ ਹਨ। ਪਹਾੜਾਂ ਦੇ ਵਿੱਚ ਰਹਿਣ ਵਾਲੇ ਬਹੁਤ ਸਾਰੇ ਪਹਾੜੀਏ ਰਵਾਲਸਰ ਸਾਹਿਬ ਪਹੁੰਚ ਕੇ ਸਰੋਵਰ ਦੇ ਵਿੱਚ ਇੱਥੇ ਦਾ ਜਿਹੜਾ ਤਾਲ ਹੈ ਉਹਦੇ 'ਚ ਇਸ਼ਨਾਨ ਪਾਨ ਕਰਦੇ ਹਨ। ਦਾਨ ਮਹਾਨ ਸ਼ਨਾਨ ਤਨ ਬਹੁਤ ਠਾਨ ਚਿਤ ਲਾਏ। ਦਾਨ ਕਰਦੇ ਨੇ ਔਰ ਇਸ਼ਨਾਨ ਕਰਦੇ ਨੇ, ਔਰ ਆਪਣੇ ਮਨ ਵਿੱਚ ਇਸ ਤੀਰਥ ਪ੍ਰਤੀ ਇਹ ਲੋਕ ਸ਼ਰਧਾ ਰੱਖਦੇ ਨੇ, ਭਾਵਨਾ ਰੱਖਦੇ ਹਨ। ਚੋਪਈ ਕੰਚਨ ਜ਼ੀਨਤ ਰੰਗ ਸ਼ਿੰਗਾਰੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਤਿਆਰ ਬਰ ਤਿਆਰ ਹੋ ਕੇ ਸਾਰਿਆਂ ਨੂੰ ਦਰਸ਼ਨ ਦਿਦਾਰੇ ਬਖਸ਼ਦੇ ਹਨ। ਸੋਨੇ ਦੀਆਂ ਕਾਠੀਆਂ ਪਾ ਕੇ ਘੋੜੇ ਸ਼ਿੰਗਾਰੇ ਹਨ। ਕਿਨਹੂ ਮਤੰਗ ਦੀਏ ਮੁੱਲ ਪਾਰੇ। ਔਰ ਉਹ ਘੋੜੇ ਲਿਆ ਕੇ ਸਤਿਗੁਰਾਂ ਨੂੰ ਭੇਟ ਕੀਤੇ ਹਨ। ਕਿਸੇ ਨੇ ਬੜੇ ਸੋਹਣੇ ਹਾਥੀ ਸ਼ਿੰਗਾਰੇ ਨੇ, ਬਹੁਤ ਕੀਮਤੀ।
ਉਹਨਾਂ ਹਾਥੀਆਂ ਨੂੰ ਸ਼ਿੰਗਾਰ ਕੇ ਉਹ ਹਾਥੀ ਮਹਾਰਾਜ ਜੀ ਦੇ ਚਰਨਾਂ 'ਚ ਰਾਜੇ ਅਰਪਣ ਕਰਦੇ ਹਨ। ਵਸਤਰ ਸ਼ਸਤਰ ਅਰ ਦਰਬ ਵਿਸਾਲਾ। ਬਹੁਤ ਸੁੰਦਰ ਕੀਮਤੀ ਵਸਤਰ, ਫਿਰ ਬਹੁਤ ਸਾਰੇ ਸੁੰਦਰ ਵਧੀਆ ਤੋਂ ਵਧੀਆ ਸ਼ਸਤਰ ਹਥਿਆਰ ਔਰ ਧਨ ਜਥਾ ਸ਼ਕਤ ਜੋ ਕਿਸੇ ਦਾ ਵਿੱਤ ਹੈ ਭਾਵਨਾ ਉਹਦੇ ਮੁਤਾਬਕ ਇਹ ਰਾਜੇ ਵਜ਼ੀਰ ਆ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਟਾਵਾਂ ਭੇਟ ਕਰਦੇ ਹਨ। ਨ੍ਰਿਪਨ ਦਾਨ ਦੇ ਬਹੁਤ ਇਸ ਕਾਲਾ। ਇੱਥੇ ਜਿਹੜੇ ਰਾਜੇ ਆਉਂਦੇ ਨੇ ਤੀਰਥ ਦੇ ਮੇਲੇ ਤੇ ਉਹ ਦਾਨ ਕਰਦੇ ਹਨ। ਬਹੁਤ ਸਾਰੇ ਬ੍ਰਾਹਮਣ ਲੋਕ ਇੱਥੇ ਦਾਨ ਲੈਣ ਵਾਸਤੇ ਆਉਂਦੇ ਨੇ। ਦਾਨ ਦੇ ਵਿੱਚ ਕੋਈ ਘੋੜੇ ਦਾਨ ਕਰਦਾ ਹੈ, ਕੋਈ ਹਾਥੀ ਦਾਨ ਕਰਦਾ ਹੈ, ਕੋਈ ਬਸਤਰ ਵੀ ਦਾਨ ਕਰਦਾ ਹੈ, ਕੋਈ ਧਨ ਦਾ ਦਾਨ ਕਰਦਾ ਹੈ, ਕੋਈ ਅੰਨ ਦਾ ਦਾਨ ਕਰਦਾ ਹੈ। ਕਰ ਕਰ ਮੇਲਾ ਬਾਸੁਰ ਤੀਨ। ਤਕਰੀਬਨ 3 ਦਿਨ ਇਹ ਮੇਲਾ ਇੱਥੇ ਰਿਹਾ। 3 ਦਿਨ ਬਹੁਤ ਸਾਰੇ ਲੋਕ ਇਲਾਕੇ ਦੇ ਪਹਾੜੀ ਰਿਆਸਤਾਂ ਦੇ ਇੱਥੇ ਆਉਂਦੇ ਰਹੇ। ਮੁਦਤ ਪਏ ਨਾਰੀ ਨਰ ਪੀਨ। ਜਿਤਨੇ ਨਰ ਨਾਰੀਆਂ ਨੇ ਬਹੁਤ ਖੁਸ਼ ਹੋਏ, ਉਹਨਾਂ ਅੰਦਰ ਬਹੁਤ ਜ਼ਿਆਦਾ ਖੁਸ਼ੀ ਹੋਈ। ਇਸ ਵਾਰ ਬਹੁਤੀ ਖੁਸ਼ੀ ਦਾ ਕਾਰਨ ਇਹ ਵੀ ਹੈ ਕਿ ਤੀਰਥ ਦੇ ਨਾਲ ਨਾਲ ਉਹਨਾਂ ਨੂੰ ਸਤਿਗੁਰੂ ਕਲਗੀਧਰ ਜੀ ਦੇ ਵੀ ਦਰਸ਼ਨ ਹੋ ਰਹੇ ਨੇ। ਰੁਖਸਦ ਹੇਤ ਗੁਰੂ ਟਿਗ ਆਏ। ਇਹ ਰਾਜੇ 3 ਦਿਨਾਂ ਦੇ ਮੇਲੇ ਤੋਂ ਬਾਅਦ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਏ। ਮਹਾਰਾਜ ਜੀ ਦੇ ਕੋਲੋਂ ਰੁਖਸਤ ਲੈਣ ਵਾਸਤੇ, ਸਤਿਗੁਰਾਂ ਦੇ ਕੋਲੋਂ ਆਗਿਆ ਲੈ ਕੇ ਜਾਣ ਵਾਸਤੇ ਆਏ ਹਨ। ਸਭ ਕੋ ਸਿਰੋਂ ਪਾਉ ਪੈਰਾਏ। ਗੁਰੂ ਘਰ ਵੱਲੋਂ ਸਤਿਗੁਰੂ ਜੀ ਨੇ ਇਹਨਾਂ ਰਾਜਿਆਂ ਨੂੰ ਸਿਰੇ ਪਾਉ ਬਖਸ਼ਿਸ਼ ਕੀਤੇ ਨੇ ਔਰ ਸਿਰੇ ਪਾਉ ਦੇ ਕੇ ਇਹਨਾਂ ਨੂੰ ਵਿਦਾ ਕੀਤਾ, ਟੋਰਿਆ ਹੈ। ਕਰ ਕਰ ਨਮੋ ਨਿਕੇਤ ਸਿਧਾਰੇ। ਸਤਿਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਵੰਦਨਾ ਕਰਕੇ ਸਾਰੇ ਮਹਾਰਾਜ ਜੀ ਦੇ ਕੋਲੋਂ ਵਿਦਾ ਹੋ ਕੇ ਜਾਣ ਲੱਗੇ। ਮਗ ਮੈਂ ਗੁਰ ਕੋ ਸੁਜਸ ਉਚਾਰੇ। ਔਰ ਰਸਤੇ ਵਿੱਚ ਜਾਂਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੁਜਸ ਕਰਦੇ ਹਨ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਮਹਿਮਾ ਵਰਣਨ ਕਰਦੇ ਜਾਂਦੇ ਨੇ। ਜਿਹੜੇ ਜਿਹੜੇ ਵੀ ਦਰਸ਼ਨ ਕਰਕੇ ਗਏ ਨੇ, ਮਹਾਰਾਜ ਜੀ ਦੇ ਦਰਸ਼ਨਾਂ ਤੋਂ ਪ੍ਰਭਾਵਿਤ ਹੋਏ ਸਤਿਗੁਰਾਂ ਦੀ ਸੋਭਾ ਵਰਣਨ ਕਰਦਿਆਂ ਜਾਂਦੇ ਹਨ। ਨਿਜ ਨਿਜ ਨਗਰ ਪਹੁੰਚੇ ਜਾਈ। ਆਪੋ ਆਪਣਿਆਂ ਨਗਰਾਂ ਵਿੱਚ, ਆਪੋ ਆਪਣੀਆਂ ਰਾਜਧਾਨੀਆਂ ਵਿੱਚ ਜਿੱਥੋਂ ਜਿੱਥੋਂ ਆਏ ਨੇ, ਇਹ ਆਪੋ ਆਪਣਿਆਂ ਨਗਰਾਂ ਰਾਜਧਾਨੀਆਂ 'ਚ ਜਾ ਪਹੁੰਚੇ ਹਨ। ਪੂਰੀ ਕਾਮਨਾ ਪਿਖ ਸੁਖਦਾਈ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਇਹਨਾਂ ਲੋਕਾਂ ਨੇ ਆਪਣੀਆਂ ਕਾਮਨਾਵਾਂ ਪੂਰਨ ਕੀਤੀਆਂ ਹਨ। ਕਲਗੀਧਰ ਤੇ ਰਹੇ ਪਿਛਾਰੀ। ਕਲਗੀਧਰ ਪਾਤਸ਼ਾਹ ਜੀ ਇਹਨਾਂ ਦੇ ਜਾਣ ਤੋਂ ਬਾਅਦ ਵੀ ਰਵਾਲਸਰ ਸਾਹਿਬ ਰਹੇ। ਮਹਾਰਾਜ ਜੀ ਨੇ ਇੱਥੇ ਹੀ ਕੁਝ ਸਮੇਂ ਲਈ ਪੜਾ ਰੱਖਿਆ, ਡੇਰਾ ਰੱਖਿਆ। ਮੱਜਨ ਠਾਨੇ ਤੀਰਥ ਬਾਰੀ। ਔਰ ਸਾਹਮਣੇ ਉਸ ਤਾਲ ਦੇ ਵਿੱਚ ਮਹਾਰਾਜ ਜੀ ਚਰਨ ਪਾਉਂਦੇ ਆ, ਇਸ਼ਨਾਨ ਪਾਨ ਕਰਦੇ ਹਨ। ਪਹਿਰ ਅਖੀਰ ਕਰੇ ਬਨ ਮਾਈ। ਔਰ ਜੰਗਲ ਦਾ ਇਲਾਕਾ ਹੈ, ਪਹਾੜੀ ਇਲਾਕਾ, ਇਸ ਕਰਕੇ ਸ਼ਿਕਾਰ ਬਹੁਤ ਹੈ। ਤੋ ਅਕਸਰ ਸਤਿਗੁਰੂ ਜੀ ਸਿੰਘਾਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਵਾਸਤੇ ਨਾ ਪਹਾੜਾਂ ਦੇ ਵਿੱਚ ਵਿਚਰਦੇ ਹਨ। ਸੈਲਨ ਸੈਲ ਕਰੇ ਅਵਗਾਹੀ। ਔਰ ਬਹੁਤ ਸਾਰੇ ਪਹਾੜਾਂ ਨੂੰ, ਸੈਲਾਂ ਨੂੰ ਵਿਚਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖਦੇ ਹਨ। ਜਾਤ ਅਨੇਕ ਤਰੋਵਰ ਠਾਂਡੇ। ਅਨੇਕਾਂ ਜਾਤੀਆਂ ਦੇ ਦਰਖਤ ਖੜੇ ਨੇ ਉੱਥੇ, ਇੱਕ ਜਾਤੀ ਦਾ ਨਹੀਂ। ਕਹਿੰਦੇ ਸਾਰੇ ਪਹਾੜਾਂ ਦੇ ਉੱਤੇ ਅਨੇਕਾਂ ਜਾਤੀਆਂ ਦੇ ਜਿਹੜੇ ਦਰਖਤ ਨੇ ਉਹ ਖੜੇ ਦਿਸਦੇ ਹਨ। ਦਲ ਫਲ ਸੰਕਲ ਛਾਇਆ ਗਾਡੀ। ਜਿਨ੍ਹਾਂ ਨੂੰ ਬੜੇ ਸੰਘਣੇ ਪੱਤੇ ਲੱਗੇ ਹੋਏ ਨੇ ਔਰ ਉਹ ਸੰਘਣੇ ਜੰਗਲਾਂ ਦੀ ਛਾਂ ਜਿਹੜੀ ਬੜੀ ਸੰਘਣੀ ਹੈ। ਚੜ ਕਰ ਦੂਰ ਸੁਚੇਤਾ ਕਰਈ। ਔਰ ਦੂਰ ਪਹਾੜਾਂ ਤੇ ਚੜ ਕੇ ਸਰੀਰ ਦੀ ਕਿਰਿਆ ਸੋਧਣ ਵਾਸਤੇ ਵੀ ਮਹਾਰਾਜ ਜੀ ਔਰ ਸਿੰਘ ਵਿਚਰਦੇ ਹਨ, ਸੁਚੇਤੇ ਲਈ ਵੀ ਜਾਂਦੇ ਹਨ। ਨਏ ਸਥਲ ਸੈਲਨ ਪਰ ਫਿਰਈ। ਰੋਜ਼ ਨਵੇਂ ਨਵੇਂ ਪਹਾੜ, ਰਵਾਲਸਰ ਸਾਹਿਬ ਦੇ ਆਲੇ ਦੁਆਲੇ ਦੇ ਸਾਰੇ ਪਹਾੜ ਗੁਰੂ ਚਰਨਾਂ ਨਾਲ ਸੁਸ਼ੋਭਿਤ ਹੋ ਕੇ ਪਵਿੱਤਰ ਹਨ। ਮਹਾਰਾਜ ਜੀ ਵਿਚਰਦੇ ਨੇ, ਰੋਜ਼ ਨਵੇਂ ਪਹਾੜ ਤੇ ਚੜ੍ਹਦੇ ਆ। ਸਿੰਘਾਂ ਨੂੰ ਕਹਿੰਦੇ ਆ, ਕੱਲ ਉਹ ਸਾਹਮਣੇ ਜਿਹੜੀ ਚੋਟੀ ਦਿਸਦੀ ਉਸ ਪਾਸੇ ਨੂੰ ਚੱਲਾਂਗੇ। ਏਦਾਂ ਮਹਾਰਾਜ ਜੀ ਆਲੇ ਦੁਆਲੇ ਜਿੰਨੇ ਵੀ ਰਵਾਲਸਰ ਸਾਹਿਬ ਦੇ ਉੱਚੇ ਉੱਚੇ ਪਹਾੜ ਹਨ, ਉਹਨਾਂ ਪਹਾੜਾਂ ਨੂੰ ਆਪਣੇ ਚਰਨਾਂ ਦੇ ਨਾਲ ਭੂਮੀ ਨੂੰ ਪਵਿੱਤਰ ਕਰਦੇ ਹਨ। ਨਿਤ ਨਵੇਂ ਥਾਂ ਤੇ ਜਾ ਕੇ ਸਤਿਗੁਰੂ ਜੀ ਸਿੰਘਾਂ ਸਮੇਤ ਵਿਚਰਦੇ ਹਨ। ਇੱਕ ਦਿਨ
ਦੂਰ ਗਏ ਜਗ ਸੁਆਮੀ। ਇੱਕ ਦਿਨ ਸਤਿਗੁਰੂ ਜੀ ਕਾਫੀ ਦੂਰ ਤੱਕ ਲੰਘ ਗਏ, ਜਿਵੇਂ ਟਹਿਲਦਿਆਂ ਨਾ ਸੈਲ ਕਰਦਿਆਂ ਤੋ ਪਹਾੜਾਂ ਦੇ ਵਿੱਚ ਹੀ ਵਿਚਰਦਿਆਂ ਕਾਫੀ ਅੱਗੇ ਤੱਕ ਸੰਘਣੇ ਜੰਗਲ ਦੇ ਵਿੱਚ ਦੂਰ ਤੱਕ ਚਲੇ ਗਏ। ਸੈਲ ਬਿਲੋਕਤ ਊਰਦ ਗਾਮੀ। ਤੇ ਪਹਾੜ ਉਚਾਈ ਤੇ ਸੀ ਤੇ ਸਹਿਜੇ ਜਿਵੇਂ ਪਹਾੜੀ ਜੀ, ਕਿਉਂਕਿ ਪਹਾੜ ਤੇ ਚੜਾਈ ਚੜ੍ਹਨੀ ਹੋਵੇ ਸਿੱਧਾ ਇੱਕਦਮ ਹੱਫ ਕੇ ਨਹੀਂ ਚੜਿਆ ਜਾਂਦਾ। ਸਹਿਜੇ ਛੋਟੇ ਕਦਮ ਜਿਹੜੇ ਹੁੰਦੇ ਨੇ ਉਹ ਪੁੱਟ ਕੇ ਚੜਾਈ ਹੁੰਦੀ। ਮਹਾਰਾਜ ਜੀ ਸਹਿਜੇ ਟੁਰੇ ਜਾਂਦੇ ਨੇ, ਪਹਾੜ ਦੇ ਉੱਪਰ ਨੂੰ ਚੜ੍ਹਦੇ ਜਾ ਰਹੇ ਹਨ। ਮਾਲਵੀ ਪਰਬਤ ਕੋ ਨਾਮੋ। ਇਹ ਜਿਹੜਾ ਪਹਾੜ ਹੈ ਜਿਹਦੇ ਤੇ ਸਤਿਗੁਰੂ ਜੀ ਚੜ੍ਹੇ ਨੇ, ਇਸ ਪਹਾੜ ਦਾ ਨਾਮ ਹੈ ਮਾਲਵੀ। ਮਾਲਵੀ ਨਾਮ ਦਾ ਇਹ ਪਰਬਤ ਹੈ। ਇਸ ਪਰਬਤ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਚੜ੍ਹਦੇ ਜਾ ਰਹੇ ਹਨ। ਸਿਖਰ ਚਲੇ ਤਿਸ ਲਖ ਅਬਿਰਾਮੋ। ਉਹਦੇ ਸਿਖਰ ਵਾਲੇ ਪਾਸੇ ਮਹਾਰਾਜ ਜੀ ਜਾ ਰਹੇ ਨੇ। ਵੀ ਚੋਟੀ ਬੜੀ ਸੁੰਦਰ ਹੈ ਮਾਲਵੀ ਪਰਬਤ ਦੀ। ਉਹਦੀ ਚੋਟੀ ਨੂੰ ਸੁੰਦਰ ਜਾਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਾ ਰਹੇ ਨੇ। ਸਰਬ ਸੰਗ ਤੇ ਬਰਜ ਹਟਾਏ। ਜਿੰਨੇ ਨਾਲ ਦੇ ਸਿੰਘ ਸਨ ਸਾਰੇ ਸਿੰਘਾਂ ਨੂੰ ਮਹਾਰਾਜ ਜੀ ਨੇ ਵਰਜ ਕੇ ਰੋਕ ਦਿੱਤਾ। ਕੇਵਲ ਕੁਝ ਸਿੰਘ ਮਹਾਰਾਜ ਜੀ ਨੇ ਨਾਲ ਲਏ ਹਨ। ਥਿਰੇ ਰਹੋ ਨਹੀਂ ਤਾਂ ਸਿਵਰ ਸਿਧਾਏ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਤੁਸੀਂ ਇੱਥੇ ਹੀ ਖਲੋਵੋ, ਅਸੀਂ ਅੱਗੇ ਚੱਲੇ ਆਂ, ਕੋਈ ਜ਼ਰੂਰੀ ਕਾਰਜ ਹੈ ਅੱਗੇ ਜਾਣ ਦਾ। ਨਾਲ ਸਾਰੇ ਸਿੰਘ ਸਨ। ਮਹਾਰਾਜ ਜੀ ਨੇ ਆਖਿਆ ਇੱਥੇ ਟਿਕ ਜਾਓ, ਜੇ ਇੱਥੇ ਰੁਕਣਾ ਇੱਥੇ ਰੁਕ ਜਾਓ, ਜਿਨ੍ਹਾਂ ਵਾਪਸ ਜਾਣਾ ਵਾਪਸ ਚਲੇ ਜਾਓ। ਸਾਰਿਆਂ ਨੇ ਸਾਡੇ ਨਾਲ ਨਹੀਂ ਆਉਣਾ। ਪੰਜ ਸਿੰਘ ਨਿਜ ਸਾਥ ਮਿਲਾਏ। ਕੇਵਲ 5 ਸਿੰਘ ਸਤਿਗੁਰੂ ਜੀ ਨੇ ਆਪਣੇ ਨਾਲ ਲਏ, ਬਾਕੀ ਸਾਰਿਆਂ ਨੂੰ ਉੱਥੇ ਛੱਡ ਦਿੱਤਾ ਰਸਤੇ 'ਚ। ਤੇ 5 ਸਿੰਘ ਆਪਣੇ ਨਾਲ ਸਤਿਗੁਰੂ ਜੀ ਨੇ ਲਏ। ਜਿਹੜੇ 5 ਸਿੰਘ ਨਾਲ ਲਏ ਹਨ, ਤਿਨਕੇ ਨਾਮ ਸੁਨੋ ਹਰ ਖਾਏ। ਇਹ ਸਰੋਤਾ ਜਨੋ ਉਹਨਾਂ 5 ਸਿੰਘਾਂ ਦੇ ਨਾਂ ਸੁਣੋ ਖੁਸ਼ੀ ਦੇ ਨਾਲ ਕਿ ਉਹ ਕਿਹੜੇ 5 ਸਿੰਘ ਨੇ ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਜੀ ਆਪਣੇ ਨਾਲ ਲੈ ਕੇ ਗਏ ਹਨ। ਦਇਆ ਸਿੰਘ ਪੂਰਨ ਬ੍ਰਹਮ ਗਿਆਨੀ। ਇਹਨਾਂ 5 ਵਿੱਚੋਂ ਪਿਆਰੇ ਭਾਈ ਦਇਆ ਸਿੰਘ ਜੀ ਜੋ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਟਿਕੇ ਹੋਏ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਹਨ। 5 ਪਿਆਰਿਆਂ ਦੇ ਮੁਖੀ ਜਥੇਦਾਰ ਪਿਆਰੇ ਭਾਈ ਦਇਆ ਸਿੰਘ ਜੀ ਜੋ ਪੂਰਨ ਬ੍ਰਹਮ ਗਿਆਨੀ ਹਨ, ਇਹ ਸਤਿਗੁਰਾਂ ਦੇ ਨਾਲ ਗਏ ਹਨ। ਉਦੇ ਸਿੰਘ ਜੋਧਾ ਬਲਖਾਨੀ। ਦੂਜੇ ਭਾਈ ਉਦੇ ਸਿੰਘ ਜੀ ਜੋ ਬੜੇ ਯੋਧੇ ਨੇ, ਸੂਰਮੇ ਨੇ ਔਰ ਬਲ ਦੀ ਖਾਨ ਹਨ, ਇਹ ਵੀ ਨਾਲ ਹਨ। ਆਲਮ ਸਿੰਘ ਚਰਨ ਸੁਚਾਲੇ। ਭਾਈ ਸਾਹਿਬ ਭਾਈ ਆਲਮ ਸਿੰਘ ਜੀ ਇਹ ਵੀ ਨਾਲ ਪੈਦਲ ਜਾ ਰਹੇ ਨੇ। ਮੋਕਮ ਸਿੰਘ ਮਿਲਾਏ ਸੋਨਾਲੇ। ਇਸੇ ਤਰ੍ਹਾਂ ਚੌਥੇ ਸਿੰਘ ਜਿਹੜੇ 5 ਪਿਆਰਿਆਂ ਚੋਂ ਭਾਈ ਮੋਕਮ ਸਿੰਘ ਜੀ, ਉਹ ਮਹਾਰਾਜ ਜੀ ਨੇ ਨਾਲ ਲਏ ਹਨ। ਸਾਹਿਬ ਸਿੰਘ ਤੁਫੰਗ ਸੰਭਾਰੇ। ਔਰ 5 ਹੀ ਪਿਆਰਿਆਂ ਚੋਂ ਭਾਈ ਸਾਹਿਬ ਸਿੰਘ ਜੀ ਉਹ ਨਾਲ ਨੇ। ਉਹਨਾਂ ਦੇ ਹੱਥ ਵਿੱਚ ਬੰਦੂਕ ਹੈ, ਬੜੇ ਤਗੜੇ ਬੰਦੂਕਚੀ ਸਨ। ਭਾਈ ਸਾਹਿਬ ਸਿੰਘ ਜੀ ਵਰਗਾ ਨਿਸ਼ਾਨਚੀ ਨਹੀਂ ਸੀ, ਬੰਦੂਕਬਾਜ਼ ਨਹੀਂ ਸੀ। ਤੋ ਭਾਈ ਸਾਹਿਬ ਜੀ ਭਾਈ ਸਾਹਿਬ ਸਿੰਘ ਜੀ ਉਹ ਆਪਣੇ ਹੱਥ 'ਚ ਬੰਦੂਕ ਸੰਭਾਲ ਕੇ ਨਾਲ ਜਾ ਰਹੇ ਨੇ। ਪੰਚੋ ਗਮਨੇ ਗੁਰੂ ਪਿਛਾਰੇ। ਕਲਗੀਧਰ ਜੀ ਅੱਗੇ ਨੇ, ਇਹ 5 ਸਿੰਘ ਸਤਿਗੁਰਾਂ ਦੇ ਪਿੱਛੇ ਸਤਿਗੁਰਾਂ ਦੀ ਆਗਿਆ ਲੈ ਕੇ ਨਾਲ ਚੱਲੇ ਨੇ। ਬਾਕੀ ਸਿੰਘਾਂ ਨੂੰ ਸਤਿਗੁਰਾਂ ਨੇ ਰਸਤੇ 'ਚ ਰੋਕ ਦਿੱਤਾ ਵੀ ਜੇ ਇੱਥੇ ਠਹਿਰ ਕੇ ਉਡੀਕ ਕਰਨੀ ਹੈ ਇੱਥੇ ਠਹਿਰ ਜਾਓ, ਜੇ ਨਾ ਵਾਪਸ ਜਾਣਾ ਤਾਂ ਵਾਪਸ ਚਲੇ ਜਾਓ। ਤੋ ਸਤਿਗੁਰੂ ਜੀ ਨਾਲ 5 ਸਿੰਘਾਂ ਨੂੰ ਨਾਲ ਲੈ ਕੇ ਮਾਲਵੀ ਪਰਬਤ ਦੇ ਉੱਪਰ ਵਾਲੇ ਪਾਸੇ ਨੂੰ ਚੜ੍ਹੇ ਹਨ। ਦਾਸਨ ਕੋ ਦੇ ਤੁਰੰਗ ਹਟਾਏ। ਔਰ ਜਿਹੜੇ ਆਪਣੇ ਘੋੜੇ ਸਨ, ਘੋੜੇ ਉੱਤੇ ਹੁਣ ਪਹਾੜ ਤੇ ਬਿਖਮ ਰਸਤਾ, ਘੋੜੇ ਨਹੀਂ ਸਨ ਚੜ੍ਹ ਸਕਦੇ, ਤੇ ਘੋੜੇ ਵੀ ਜਿਹੜੇ ਸਨ ਇੱਥੋਂ ਵਾਪਸ ਮੋੜ ਦਿੱਤੇ। ਤੂਰਨ ਪਾਇਨ ਸਾਥ ਸਿਧਾਏ। ਔਰ ਫਿਰ ਸਹਿਜੇ ਚਰਨਾਂ ਦੇ ਨਾਲ ਮਹਾਰਾਜ ਜੀ ਪੈਦਲ ਟੁਰੇ ਜਾ ਰਹੇ ਨੇ। ਤੁੰਗ ਸਥਲ ਚੜ ਕੇ ਗੁਰ ਖਰੇ। ਜਿਹੜਾ ਵਾਵਾ ਉੱਚਾ ਸਥਾਨ ਸੀ ਮਾਲਵੀ ਪਰਬਤ ਦਾ, ਜਿੱਥੇ ਉੱਪਰੋਂ ਜਾ ਕੇ ਥੋੜਾ ਜਿਹਾ ਸਮਤਲ ਪਹਾੜ ਸੀ, ਉੱਥੇ ਜਾ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਖਲੋ ਗਏ। ਚਾਰੋਂ ਦਿਸ਼ਾ ਬਿਲੋਕਨ ਕਰੇ। ਔਰ ਉੱਚੇ ਥਾਂ ਤੇ ਖਲੋ ਕੇ ਦੂਰ ਤੱਕ ਨਿਗਾਹ ਮਾਰ ਕੇ ਥੱਲੇ ਸਾਰੀ ਜਗ੍ਹਾ ਦਿਸਦੀ ਹੈ, ਸਾਰੇ ਪਹਾੜ ਨਜ਼ਰ ਆਉਂਦੇ ਹਨ
ਤੇ ਚਾਰੇ ਪਾਸੇ ਮਹਾਰਾਜ ਜੀ ਨਿਗਾਹ ਮਾਰ ਕੇ ਵੇਖਦੇ ਨੇ। ਤੈਂ ਇੱਕ ਵਿਚਰਤ ਹੋ ਤੋ ਗੰਦੀਲਾ। ਉੱਥੇ ਇੱਕ ਗੰਧੀਲਾ, ਗੰਧੀਲਾ ਇੱਕ ਜਾਤੀ ਹੈ, ਨਾਗ ਜਾਤੀ, ਜੰਗਲੀ ਜਾਤੀ ਹੈ, ਉੱਥੇ ਫਿਰਦਾ ਮਹਾਰਾਜ ਜੀ ਨੂੰ ਦਿਸਿਆ। ਇਹ ਸੂਖਸ਼ਮ ਰੂਪ ਵਿੱਚ ਸੀ, ਸਥੂਲ ਸਰੀਰ ਨਹੀਂ ਸੀ ਇਹਦਾ। ਸੂਖਮ ਸਰੀਰ ਕਰਕੇ ਵੀ ਬਹੁਤ ਸਾਰੀਆਂ ਚੀਜ਼ਾਂ ਸੰਸਾਰ ਦੇ ਵਿੱਚ, ਸਮਾਜ ਦੇ ਵਿੱਚ ਵਿਚਰਦੀਆਂ ਹਨ, ਜਿਨ੍ਹਾਂ ਤੱਕ ਸਾਡੀਆਂ ਸਥੂਲ ਅੱਖਾਂ ਭਵੇਂ ਨਹੀਂ ਪਹੁੰਚਦੀਆਂ। ਪਰ ਮੇਰੇ ਸਤਿਗੁਰਾਂ ਦੀ ਦ੍ਰਿਸ਼ਟੀ ਤਾਂ ਸੂਖਮ ਸਥੂਲ ਸਾਰੀ ਸ੍ਰਿਸ਼ਟੀ ਨੂੰ ਵੇਖਣ ਦੀ ਸਮਰੱਥਾ ਰੱਖਦੀ ਹੈ। ਮਹਾਰਾਜ ਜੀ ਦੀ ਦ੍ਰਿਸ਼ਟੀ ਵਿੱਚ ਸੂਖਮ ਮੰਡਲ ਵਿੱਚ, ਸੂਖਮ ਸ੍ਰਿਸ਼ਟੀ 'ਚ ਕੀ ਹੈ ਉਹ ਵੀ ਵੇਖ ਸਕਦੇ ਨੇ। ਸਥੂਲ ਸ੍ਰਿਸ਼ਟੀ ਵਿੱਚ ਕਿੱਥੇ ਕੀ ਹੈ ਸਤਿਗੁਰੂ ਜੀ ਉਹ ਵੀ ਵੇਖਦੇ ਹਨ। ਇਹ ਸੂਖਮ ਦ੍ਰਿਸ਼ਟੀ ਦੇ ਨਾਲ ਮਹਾਰਾਜ ਜੀ ਨੇ ਵੇਖਿਆ, ਸੂਖਮ ਸਰੀਰ ਕਰਕੇ ਹੀ ਆਇਆ ਹੈ। ਗੰਧੀਲਾ ਇੱਕ ਜਾਤੀ ਹੁੰਦੀ ਹੈ ਪਹਾੜਾਂ ਦੀ, ਇਹ ਨਾਗ ਜਾਤੀ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ। ਉਹ ਇੱਕ ਗੰਧੀਲਾ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਵੱਧ ਕੇ ਆਇਆ। ਕਰਿਓ ਨਿਹਾਰਨ ਰੂਪ ਛਬੀਲਾ। ਸਤਿਗੁਰੂ ਜੀ ਦਾ ਬੜਾ ਸੁੰਦਰ ਸਰੂਪ ਹੈ, ਛਬੀਲਾ, ਨੌਜਵਾਨ, ਭਰ ਜਵਾਨੀ ਦੀ ਅਵਸਥਾ ਕਲਗੀਧਰ ਦੀ। ਉਹ ਮਹਾਰਾਜ ਜੀ ਦੇ ਸੁੰਦਰ ਸਰੂਪ ਨੂੰ ਵੇਖ ਕੇ ਆਇਆ। ਸ਼ੀਗਰ ਕਰਤ ਚਰਨਨ ਪਰ ਪਰਿਓ। ਬੜੀ ਕਾਹਲੀ ਨਾਲ ਆਇਆ, ਆ ਕੇ ਸਤਿਗੁਰੂ ਕਲਗੀਧਰ ਜੀ ਦੇ ਚਰਨੀ ਪੈ ਗਿਆ। ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਇਸ ਗੰਧੀਲੇ ਨੇ ਮੱਥਾ ਟੇਕਿਆ। ਹੱਥ ਜੋੜ ਸਨਮੁਖ ਪੁਨ ਖਰਿਓ। ਹੱਥ ਜੋੜ ਕੇ ਸਤਿਗੁਰੂ ਜੀ ਦੇ ਸਨਮੁਖ ਬੜੇ ਸਨਿਮਰ ਭਾਵ ਨਾਲੇ ਖਲੋ ਗਿਆ। ਦੇਖਤ ਕਲਗੀਧਰ ਕਹਿ ਬਾਨੀ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਦੇ ਵੱਲ ਵੇਖਿਆ ਤੇ ਉਸ ਵਕਤ ਬੋਲੇ, ਕਹਾਂ ਜਾਨ ਤੈ ਬੰਧਨ ਠਾਨੀ। ਮਹਾਰਾਜ ਜੀ ਕਹਿੰਦੇ, ਬਈ ਕੌਣ ਹੈ ਤੂੰ? ਸਤਿਗੁਰੂ ਜੀ ਨੇ ਪੁੱਛਿਆ। ਸੂਖਮ ਰੂਪ ਕਰਕੇ ਹੀ ਆਇਆ ਹੈ, ਇਹਦਾ ਸਰੀਰ ਸੂਖਸ਼ਮ ਹੈ, ਸਥੂਲ ਨਹੀਂ ਹੈ। ਮਹਾਰਾਜ ਜੀ ਆਖਿਆ, ਭਾਈ ਕੀ ਜਾਣ ਕੇ ਮੱਥਾ ਟੇਕਿਆ ਤੈਂ ਸਾਨੂੰ? ਹਾਂਜੀ। ਕੋ ਹੈ ਕਹਾਂ ਬਾਸ ਸੱਚ ਭਾਖੇ। ਕੌਣ ਹੈ? ਤੇਰਾ ਵਾਸਾ ਕਿੱਥੇ ਹੈ? ਸੱਚੋ ਸੱਚ ਦੱਸ ਆਪਣੇ ਬਾਰੇ। ਸੱਚ ਭਾਖੇ ਆਏ ਕਹਾਂ ਕਤ ਗਮਨ ਪਿਲਾਖੇ। ਸੱਚ ਦੱਸੀ ਕਿੱਥੋਂ ਆਇਆ ਔਰ ਕਿਸ ਥਾਂ ਤੇ ਤੇਰੇ ਜਾਣ ਦੀ ਅਭਲਾਖਾ ਹੈ। ਸੁਨ ਕਰ ਪੰਨਿਓ ਬਾਕ ਮੁਸਕਾਈ। ਸਤਿਗੁਰੂ ਜੀ ਦੇ ਬਚਨ ਸੁਣ ਕੇ ਮੁਸਕਰਾ ਕੇ ਗੰਧੀਲਾ ਬੋਲਿਆ, ਕਿਉਂ ਨਾ ਪਛਾਨਤ ਹੋ ਸੁਖਦਾਈ। ਸੁਖਦਾਤੇ ਸਤਿਗੁਰੂ ਜੀ ਪੁੱਛਦੇ ਤਾਂ ਏਦਾਂ ਹੋ ਜਿਵੇਂ ਪਛਾਣਦੇ ਨਹੀਂ ਹੋ, ਕਿ ਤੁਸੀਂ ਪਛਾਣਦੇ ਨਹੀਂ, ਮੈਨੂੰ ਜਾਣਦੇ ਨਹੀਂ ਹੋ। ਮਹਾਰਾਜ ਤੁਹਾਡੇ ਹੀ ਤਾਂ ਕੀਤੇ ਹੋਏ ਜਾਨੀ, ਅਸੀਂ ਤਾਂ ਤੁਹਾਡੇ ਹੀ ਹੋਇਆ ਸਾਰੇ ਜੀ ਜੰਤ। ਮਹਾਰਾਜ ਜੀ ਕਿ ਤੁਸੀਂ ਨਹੀਂ ਜਾਣਦੇ ਮੈਨੂੰ। ਸ਼੍ਰੀ ਸਤਿਗੁਰ ਸੁਨੀਏ ਮਮ ਗਾਥਾ। ਮਹਾਰਾਜ ਤੁਹਾਡੇ ਘਰ ਦਾ ਹੀ ਸੇਵਕ ਹਾਂ, ਤੁਹਾਡੇ ਹੀ ਚਰਨਾਂ ਦਾ ਦਾਸ ਹਾਂ। ਸੁਣੋ ਮੇਰੀ ਗਾਥਾ, ਮੈਂ ਜੇ ਤੁਸੀਂ ਪੁੱਛਦੇ ਹੋ ਤਾਂ ਮੈਂ ਦੱਸਦਾ ਹਾਂ। ਪ੍ਰਥਮ ਬਿਰਤਾਂਤ ਕਹੋ ਤੁਮ ਸਾਥਾ। ਮੈਂ ਆਪਣਾ ਸਾਰਾ ਪਿਛਲਾ ਬਿਰਤਾਂਤ ਉਹ ਆਪ ਜੀ ਤੱਕ ਵਰਣਨ ਕਰਕੇ ਦੱਸਦਾ ਹਾਂ। ਮੈਂ ਰੇਵਾ ਕਾ ਨੰਦਨ ਪਿਆਰੋ। ਮਹਾਰਾਜ ਮੈਂ ਰੇਵਾ ਦਾ ਪੁੱਤਰ ਹਾਂ। ਰੇਵਾ ਦਾ ਪੁੱਤਰ ਹੋਣ ਕਰਕੇ ਮੇਰਾ ਨਾਮ ਹੈ ਰਿਵਾਲ। ਆ ਜਿਹੜੀ ਥਾਂ ਆ, ਜਿਹੜੀ ਜਗ੍ਹਾ, ਇਹ ਮੇਰੇ ਨਾਂ ਤੇ ਹੈ। ਇਸ ਕਰਕੇ ਇਸ ਥਾਂ ਨੂੰ, ਇਸ ਤਾਲ ਨੂੰ ਕਿਹਾ ਜਾਂਦਾ ਰਵਾਲ ਸਰ। ਮਹਾਰਾਜ ਮੈਂ ਰੇਵਾ ਦਾ ਨੰਦਨ ਹਾਂ, ਰੇਵਾ ਮੇਰੀ ਮਾਂ ਹੈ, ਉਹਦਾ ਮੈਂ ਪੁੱਤਰ ਹਾਂ। ਰੇਵਾ ਦਾ ਨੰਦਨ ਹੋਣ ਕਰਕੇ ਮੈਨੂੰ ਰਿਵਾਲ ਕਿਹਾ ਜਾਂਦਾ ਹੈ। ਜਗ ਰੇਵਾਲ ਨਾਮ ਮੁਝ ਡਾਰੋ। ਜਗਤ ਵਿੱਚ ਰੇਵਾ ਦਾ ਪੁੱਤਰ ਹੋਣ ਕਰਕੇ ਸੰਸਾਰ 'ਚ ਮੇਰਾ ਨਾਮ ਵੀ ਰਿਵਾਲ ਪੈ ਗਿਆ ਹੈ। ਇਮ ਮਾਤਾ ਪਾਖਿਓ ਉਪਦੇਸ਼ੂ। ਮਹਾਰਾਜ ਮੇਰੀ ਮਾਤਾ ਬੜੀ ਧਰਮੀ ਸੀ ਤੇ ਮੇਰੀ ਮਾਤਾ ਨੇ ਮੈਨੂੰ ਉਪਦੇਸ਼ ਦਿੱਤਾ। ਜਦੋਂ ਉਹਦੇ ਘਰ ਮੇਰੀ ਪਰਵਰਿਸ਼ ਹੋਈ, ਮੈਂ ਉਡਾਰੂ ਹੋਇਆ, ਯਾਨੀ ਕਿ ਜਵਾਨ ਹੋਇਆ, ਤਾਂ ਮੇਰੀ ਮਾਂ ਨੇ ਮੈਨੂੰ ਉਪਦੇਸ਼ ਦਿੱਤਾ। ਏ ਸੁਤ ਤਪ ਕੋ ਤਪੋ ਵਿਸ਼ੇਸ਼ੂ। ਮੇਰੀ ਮਾਤਾ ਨੇ ਆਖਿਆ, ਪੁੱਤਰ ਰਿਵਾਲ ਤੂੰ ਤਪ ਕਰ, ਪਰਮੇਸ਼ਰ ਦੀ ਬੰਦਗੀ ਕਰ। ਮੇਰੀ ਮਾਤਾ ਨੇ
ਮੈਨੂੰ ਤਪ ਤਪਣ ਵਾਸਤੇ ਕਿਹਾ ਕਿ ਭਾਰੀ ਤਪ ਕਰ, ਸਾਧਨਾ ਕਰ। ਜਗਤ ਵਿਖੇ ਜੇਤੀ ਵਡਿਆਈ, ਇਹ ਸੰਸਾਰ ਦੀ ਜਿੰਨੀ ਵਡਿਆਈ ਹੈ, ਜਗਤ ਦੇ ਵਿੱਚ ਜਿਤਨੀ ਵੀ ਵਡਿਆਈ ਹੈ, ਜਿਨ ਕਿਨ ਤਪ ਕੋ ਤਪ ਕਰ ਪਾਈ। ਇਹ ਵਡਿਆਈ ਜਿਸ ਨੂੰ ਵੀ ਮਿਲੀ ਆ ਉਹ ਤਪ ਕਰਕੇ ਪ੍ਰਾਪਤ ਹੋਈ। ਤਪ ਤੋਂ ਹੀ ਰਾਜ ਭਾਗ ਮਿਲਦੇ ਨੇ। ਕਹਾਵਤ ਵੀ ਆ, ਤਪ ਤੋਂ ਰਾਜ ਮਿਲਦਾ ਹੈ। ਇਹ ਰਾਜ ਭਾਗ ਦੀਆਂ ਵਡਿਆਈਆਂ ਤਪ ਕੀਤਿਆਂ ਪ੍ਰਾਪਤ ਹੁੰਦੀਆਂ ਨੇ। ਜਗਤ ਵਿੱਚ ਜਿਸ ਨੂੰ ਵੀ ਵਡਿਆਈ ਪ੍ਰਾਪਤ ਹੋਈ ਹੈ ਉਹਦੇ ਆਪਣੇ ਕੀਤੇ ਹੋਏ ਤਪ ਕਰਕੇ ਪ੍ਰਾਪਤ ਹੋਈ ਹੈ। ਤਪ ਤੇ ਕਛੂ ਦੁਰਲਭ ਜਗ ਨਾਈ। ਜਦੋਂ ਕੋਈ ਤਪ ਕਰਦਾ ਹੈ ਤੇ ਤਪ ਕਰਨ ਵਾਲੇ ਲਈ ਸੰਸਾਰ ਵਿੱਚ ਕੋਈ ਵੀ ਵਸਤੂ ਦੁਰਲਭ ਨਹੀਂ ਜੋ ਉਹਨੂੰ ਤਪ ਵਿੱਚੋਂ ਨਾ ਪ੍ਰਾਪਤ ਹੋਵੇ। ਤਪ ਕੀਤਿਆਂ ਨੂੰ ਸੰਸਾਰ ਦੀ ਹਰ ਇੱਕ ਦੁਰਲਭ ਸ਼ੈ ਪ੍ਰਾਪਤ ਹੋ ਜਾਂਦੀ ਹੈ। ਅਤੀ ਤੇ ਅਤੀ ਸ਼ਕਤੀ ਤਪ ਮਾਈ। ਔਰ ਤਪ ਵਿੱਚ ਵੱਡੀ ਤੋਂ ਵੱਡੀ ਸ਼ਕਤੀ, ਅਤੀ ਤੋਂ ਅਤੀ ਸ਼ਕਤੀ ਹੈ। ਕਿੰਨੀ ਸ਼ਕਤੀ ਹੈ ਤਪ ਦੇ ਵਿੱਚ, ਉਹ ਵਰਣਨ ਨਹੀਂ ਹੋ ਸਕਦੀ। ਵਿਸ਼ਨ ਆਦ ਜੇ ਬੜੋਂ ਬਡੇਰੇ, ਵਿਸ਼ਨ ਆਦਿਕ ਜਿੰਨੇ ਵੱਡੇ ਵੱਡੇ ਦੇਵਤੇ ਹਨ, ਤਪ ਮੈਂ ਪ੍ਰੀਤ ਕਰਤ ਨਿਤ ਹੇਰੇ। ਉਹ ਵੀ ਤਪ ਦੇ ਵਿੱਚ ਹੀ ਪ੍ਰੀਤ ਕਰਦੇ ਨੇ, ਉਹ ਵੀ ਤਪ ਹੀ ਕਰਦੇ ਹਨ। ਮਹਾਦੇਵ ਕੋ ਨੇਮ ਸਦੀਵਾ। ਹੁਣ ਸ਼ਿਵ ਜੀ ਕੈਲਾਸ਼ ਪਰਬਤ ਤੇ ਬੈਠੇ ਹਮੇਸ਼ਾ ਤਪ ਹੀ ਕਰਦੇ ਨੇ, ਤਪ ਦੀ ਮੂਰਤ ਬਣ ਕੇ ਰਹਿੰਦੇ ਹਨ। ਇਸ ਬਾਸਰ ਤਪ ਮੈਂ ਥਿਰ ਥੀਵਾ। ਉਹ ਰਾਤ ਦਿਨ ਮੇਰ ਤੇ ਜੁਗਾਂ ਤਾਈਂ ਤਪ ਦੇ ਵਿੱਚ ਹੀ ਬਲੀਨ ਰਹਿੰਦੇ ਹਨ। ਕਮਲਾਸਨ ਜਬ ਉਤਪਤ ਭਇਓ। ਤੇ ਫਿਰ ਬ੍ਰਹਮਾ ਜੀ, ਕਮਲਾਸਨ ਕਹਿੰਦੇ ਨੇ ਬ੍ਰਹਮਾ ਜੀ ਨੂੰ, ਬ੍ਰਹਮਾ ਜੀ ਜਿਸ ਵੇਲੇ ਉਤਪਨ ਹੋਏ ਕਮਲ ਦੇ ਫੁੱਲ ਤੋਂ, ਬੈਠਿਓ ਕਮਲ ਕਮਲ ਨਿਪਜਿਓ। ਔਰ ਕਮਲ ਦੇ ਫੁੱਲ ਤੇ ਬੈਠਿਆਂ ਜਦੋਂ ਉਹ ਨਿਪਜੇ ਪੈਦਾ ਹੋਏ, ਤਬ ਆਕਾਸ਼ ਬਾਣੀ ਸਮਝਾਇਓ। ਤੋ ਆਕਾਸ਼ਬਾਣੀ ਹੋਈ। ਆਕਾਸ਼ਬਾਣੀ ਕਰਕੇ ਬ੍ਰਹਮਾ ਜੀ ਨੂੰ ਸਮਝਾਇਆ। ਇਸ ਆਕਾਸ਼ਬਾਣੀ ਦਾ ਜ਼ਿਕਰ ਕਲਗੀਧਰ ਸਵਾਮੀ ਜੀ ਨੇ ਆਪਣੀ ਪਵਿੱਤਰ ਪਾਵਨ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਵੀ ਕੀਤਾ ਹੈ। ਆਕਾਸ਼ਬਾਣੀ ਦੁਆਰਾ ਕਹਿੰਦੇ ਬ੍ਰਹਮਾ ਜੀ ਨੂੰ ਬਚਨ ਹੋਇਆ, ਤਪ ਬਿਨ ਬਲ ਨੇ ਕਿਨੂੰ ਪਾਇਓ। ਕਿ ਬ੍ਰਹਮਾ ਜੀ ਨੂੰ ਆਖਿਆ ਸ੍ਰਿਸ਼ਟੀ ਸਿਰਜੋ। ਬ੍ਰਹਮਾ ਜੀ ਕਹਿੰਦੇ ਮਹਾਰਾਜ ਸ੍ਰਿਸ਼ਟੀ ਸਿਰਜਣ ਲਈ ਸ਼ਕਤੀ ਕਿੱਥੋਂ ਆਵੇ। ਆਕਾਸ਼ਬਾਣੀ ਹੋਈ, ਤਪ ਕਰ ਤਪ ਕਰ ਤਪ ਕਰ। 3 ਵਾਰੀ ਆਵਾਜ਼ ਆਈ ਕਿ ਤਪ ਕੀਤੇ ਬਿਨਾ ਸ਼ਕਤੀ ਉਤਪੰਨ ਨਹੀਂ ਹੋ ਸਕਦੀ। ਸ਼ਕਤ ਵਿਸਾਲ ਚਾਹੇ ਜੇ ਪਾਈ। हे ਬ੍ਰਹਮਾ ਜੀ, ਜੇ ਤੁਸੀਂ ਵਿਸ਼ਾਲ ਸ਼ਕਤੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਤਪ ਕਰੀਏ ਚਿਰ ਲਗ ਸਮੁਦਾਈ। ਤੇ ਚਿਰਾਂ ਤਾਈਂ, ਲੰਮੇ ਸਮੇਂ ਤਾਈਂ ਤਪ ਕਰੋ, ਯੁਗਾਂ ਤਾਈਂ ਤਪ ਕਰੋ। ਸੁਨ ਤਪ ਅਤਿਸ਼ੈ ਬ੍ਰਹਮਾ ਕੀਨ। ਆਕਾਸ਼ਬਾਣੀ ਸੁਣ ਕੇ ਪਰਮੇਸ਼ਰ ਦੀ ਉਸ ਵੇਲੇ ਬ੍ਰਹਮਾ ਜੀ ਨੇ ਭਾਰੀ ਤਪੱਸਿਆ ਕੀਤੀ। ਬਹੁਤ ਲੰਮੇ ਯੁਗਾਂ ਤੱਕ ਤਪ ਦੇ ਵਿੱਚ ਲੀਨ ਰਹੇ। ਜਗ ਸਿਰਜਨ ਕੀ ਸ਼ਕਤੀ ਤੇ ਲੀਨ। ਤਪ ਕਰਕੇ ਹੀ ਵੇਖੋ ਬ੍ਰਹਮਾ ਜੀ ਨੇ ਜਗਤ ਨੂੰ ਸਿਰਜਣ ਦੀ ਸ਼ਕਤੀ ਪ੍ਰਾਪਤ ਕੀਤੀ। ਤਪ ਵਿੱਚ ਕਿੰਨੀ ਤਾਕਤ ਹੈ ਕਿ ਜਗਤ ਦੀ ਸਿਰਜਣਾ, ਸ੍ਰਿਸ਼ਟੀ ਦੀ ਜਿਹੜੀ ਸਿਰਜਣਾ ਹੈ, ਉਹ ਸਿਰਜਣਾ ਕਰਨ ਦੀ ਸ਼ਕਤੀ ਬ੍ਰਹਮਾ ਜੀ ਨੇ ਤਪ ਕਰਕੇ ਪ੍ਰਾਪਤ ਕੀਤੀ। ਸੁਰ ਨਰ ਮੈਂ ਇਹ 3 ਬਡੇਰੇ। ਸੁਰਾਂ ਤੇ ਨਰਾਂ ਵਿੱਚ, ਯਾਨੀ ਕਿ ਦੇਵਤਿਆਂ ਤੇ ਮਨੁੱਖਾਂ ਵਿੱਚ 3 ਦੇਵਤੇ ਹੀ ਵੱਡੇ ਨੇ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼। ਤਪ ਕੋ ਤਪੇ ਮਹਾਤਮ ਹੇਰੇ। ਇਹ ਤਿੰਨੇ ਦੇਵਤੇ ਵੀ ਤਪ ਕਰਦੇ ਨੇ ਔਰ ਤਪ ਕਰਕੇ ਤਪ ਦੇ ਮਹਾਤਮ ਨੂੰ ਜਾਣਦੇ ਹਨ। ਅਪਰਨ ਕੀ ਗਿਣਤੀ ਕੋ ਕਹਾ। ਫਿਰ ਹੋਰਾਂ ਦੀ ਤਾਂ ਕੀ ਗਿਣਤੀ ਕਰਨੀ। ਜਿਹੜੇ 3 ਦੇਵਤੇ ਨੇ ਉਹ ਵੀ ਤਪ ਦਾ ਮਹਾਤਮ ਦੱਸਦੇ ਨੇ, ਵੇਖਦੇ ਨੇ ਔਰ ਤਪ ਕਰਦੇ ਨੇ। ਫਿਰ ਬਾਕੀ ਮਨੁੱਖਾਂ ਦੀ ਤਾਂ ਗਿਣਤੀ ਕੀ ਕਰਨੀ। ਯਾ ਤੇ ਪੁੱਤਰ ਕਰੋ ਤਪ ਮਹਾ। ਇਸ ਕਰਕੇ ਹੈ ਪੁੱਤਰ ਰਵਾਲ, ਜੇ ਤੂੰ ਵਡਿਆਈ ਚਾਹੁੰਨਾ, ਜੇ ਤੂੰ ਸ਼ਕਤੀ ਚਾਹੁੰਨਾ, ਜੇ ਤੂੰ ਰਾਜ ਪ੍ਰਾਪਤ ਕਰਨਾ ਚਾਹੁੰਨਾ ਤੇ ਫਿਰ ਤਪ ਕਰ। ਤਪ ਕੀਤੇ ਬਿਨਾਂ ਇਹ ਸ਼ਕਤੀ ਨਹੀਂ ਮਿਲਣੀ। ਕਹਿੰਦਾ ਮੇਰੀ ਮਾਂ ਨੇ ਮੈਨੂੰ ਤਪ ਕਰਨ ਲਈ ਪ੍ਰੇਰਿਆ। ਭਗਤ ਧਰੂ ਜੀ ਦੇ ਬਾਰੇ ਵੀ ਇਹੀ ਜ਼ਿਕਰ ਆਉਂਦਾ ਹੈ। ਪੁੱਛਿਆ ਮਾਂ ਰਾਜ ਕਿਵੇਂ ਮਿਲ ਸਕਦਾ ਹੈ, ਤੇ ਮਾਂ ਨੇ ਆਖਿਆ ਪੁੱਤਰ ਤਪ ਕੀਤਿਆਂ ਪਰਮੇਸ਼ਰ ਅਰਾਧਿਆ ਜਿੰਦੂ ਹੋਈਆ ਪਤਤ ਪੁਨੀਤਾ। ਕਰਨ ਚੱਲਿਆ ਬਾਹਰ ਤਪ, ਮਨ ਬੈਰਾਗੀ ਹੋਏ ਅਤੀਤਾ। ਨਾਰਦ ਮੁਨੀ ਉਪਦੇਸਿਆ ਨਾਮ ਨਿਧਾਨ ਅਮਿਓ ਰਸ ਪੀਤਾ। ਪਿੱਛੋਂ ਰਾਜੇ ਸੱਦਿਆ ਅਬ ਚਲ ਰਾਜ ਕਰੋ ਨਿਤ ਨੀਤਾ।
ਹਾਰ ਚੱਲੇ ਗੁਰਮੁਖ ਜਗ ਜੀਤਾ। ਕਹਿਣ ਲੱਗਾ ਰਵਾਲ ਕਲਗੀਧਰ ਜੀ ਨੂੰ ਬੇਨਤੀ ਕਰਕੇ ਕਹਿ ਰਿਹਾ, ਗੰਧੀਲਾ ਇਹਨਾਂ ਦੀ ਜਾਤੀ, ਰਵਾਲ ਇਹਦਾ ਨਾਂ ਸੀ। ਮਹਾਰਾਜ ਗਰੀਬ ਨਵਾਜ, ਮੇਰੀ ਮਾਂ ਨੇ ਮੈਨੂੰ ਤਪ ਦੀ ਬਾਰੇ ਮਹਾਤਮ ਦੱਸਿਆ। ਉਹਨੇ ਆਖਿਆ ਤਪ ਦੇ ਵਿੱਚ ਕਿੱਡੀ ਵੱਡੀ ਸ਼ਕਤੀ ਹੈ। ਜੇ ਤੈਨੂੰ ਵਡਿਆਈ ਚਾਹੀਦੀ, ਜਿਨ੍ਹਾਂ ਨੇ ਪਹਿਲਾਂ ਵਡਿਆਈ ਪ੍ਰਾਪਤ ਕੀਤੀ ਹੈ, ਜਿਨ੍ਹਾਂ ਕੋਲ ਵਡਿਆਈਆਂ ਹਨ, ਉਹ ਵਡਿਆਈ ਉਹਨਾਂ ਦੇ ਤਪ ਕਰਕੇ ਉਹਨਾਂ ਨੂੰ ਪ੍ਰਾਪਤ ਹੋਈ ਹੈ। ਤਪੋ ਰਾਜ ਭਾਗ ਪ੍ਰਾਪਤ ਹੁੰਦੇ ਨੇ, ਤਪੋਂ ਹੀ ਸ਼ਕਤੀ ਪ੍ਰਾਪਤ ਹੁੰਦੀ ਹੈ। ਤਪ ਕਰਕੇ ਹੀ ਬ੍ਰਹਮਾ ਨੂੰ ਸੰਸਾਰ ਦੀ ਸ੍ਰਿਸ਼ਟੀ ਦੀ ਰਚਨਾ ਕਰਨ ਦੀ ਸ਼ਕਤੀ ਪ੍ਰਾਪਤ ਹੋਈ ਹੈ। ਸ਼ਿਵ ਜੁਗਾਂ ਤਾਈਂ ਕੈਲਾਸ਼ ਵਿੱਚ ਬੈਠੇ ਤਪ ਦੀ ਮੂਰਤ ਹੋ ਕੇ ਤਪ ਕਰਦੇ ਨੇ। ਵਿਸ਼ਨੂੰ ਜੀ ਨੂੰ ਵੀ ਤਪ ਪਿਆਰਾ ਹੈ, ਇਸ ਕਰਕੇ हे ਪੁੱਤਰ ਤੂੰ ਵੀ ਤਪ ਕਰ। ਏਦਾਂ ਰੇਵਾ ਨੇ ਰਵਾਲ ਨੂੰ ਆਪਣੇ ਪੁੱਤਰ ਨੂੰ ਇਹ ਉਪਦੇਸ਼ ਦਿੱਤਾ। ਇਹ ਦੱਸ ਰਿਹਾ ਕਲਗੀਧਰ ਜੀ ਨੂੰ। ਸੁਨ ਜਨਨੀ ਤੇ ਅਸ ਉਪਦੇਸ਼ੂ। ਮਹਾਰਾਜ ਆਪਣੀ ਮਾਤਾ ਤੋਂ ਮੈਂ ਇਸ ਤਰ੍ਹਾਂ ਦਾ ਤਪ ਕਰਨ ਦਾ ਉਪਦੇਸ਼ ਸੁਣਿਆ। ਤਪ ਕੋ ਤਾਪਤ ਰਿਓ ਵਿਸ਼ੇਸ਼ੂ। ਮੈਂ ਇਸੇ ਥਾਂ ਤੇ ਆ ਜੋ ਰਵਾਲਸਰ ਸਾਹਿਬ ਵਾਲੀ ਜਗ੍ਹਾ ਮਹਾਰਾਜ ਇਹ ਜਿਹੜਾ ਤੀਰਥ ਹੈ, ਇੱਥੇ ਮੈਂ ਬੜੀ ਵੱਡੀ ਲੰਮੇ ਸਮੇਂ ਤੱਕ ਸਾਧਨਾ ਕੀਤੀ ਆ, ਤਪ ਕੀਤਾ ਹੈ। ਫਿਰ ਹੋਏ ਉੱਤਰਖੰਡ ਸਥਾਏ। ਮਹਾਰਾਜ ਇੱਥੇ ਥੱਲੇ ਉਤਰ ਕੇ ਪਹਾੜ ਤੋਂ ਮਾਲਵੀ ਤੋਂ ਆ ਥੱਲੇ ਜਿੱਥੇ ਸਰੋਵਰ ਹੈ, ਤਾਲ ਹੈ, ਇੱਥੇ ਮਹਾਰਾਜ ਜੀ ਮੈਂ ਬੜੇ ਲੰਮੇ ਸਮੇਂ ਤੱਕ ਤਪ ਕੀਤਾ ਹੈ। ਤਪ ਕਰਤੇ ਯੁਗ 3 ਬਿਤਾਏ। ਔਰ ਮਹਾਰਾਜ 3 ਯੁਗ ਬਤੀਤ ਕੀਤੇ ਮੈਂ ਤਪ ਕਰਦਿਆਂ ਤਬ ਕਮਲਾਸਨ ਚੱਲ ਕਰ ਆਇਓ। ਜਦੋਂ 3 ਯੁਗ ਮੈਨੂੰ ਤਪ ਕਰਦਿਆਂ ਬੀਤ ਗਏ, ਫਿਰ ਬ੍ਰਹਮਾ ਜੀ ਮੇਰੇ ਕੋਲ ਚੱਲ ਕੇ ਆਏ। ਆਗੇ ਥਿਰੋਏ ਦਰਸ ਦਿਖਾਇਓ। ਮੇਰੇ ਸਾਨਮੁਖ ਪ੍ਰਗਟ ਹੋ ਕੇ ਬ੍ਰਹਮਾ ਜੀ ਨੇ ਮੈਨੂੰ ਆਪਣੇ ਦਰਸ਼ਨ ਦਿੱਤੇ, ਦਰਸ਼ਨ ਕਰਾਏ। ਬਿਬਦ ਬਿਦਨ ਮੈਂ ਉਸਤਤ ਕੀਨ। ਮੈਂ ਬ੍ਰਹਮਾ ਜੀ ਨੂੰ ਸਾਨਮੁਖ ਵੇਖ ਕੇ ਵਿਵਿਧ ਪ੍ਰਕਾਰ ਨਾਲ ਉਹਨਾਂ ਦੀ ਉਸਤਤੀ ਕੀਤੀ, ਉਹਨਾਂ ਦੀ ਉਪਮਾ ਵਰਣਨ ਕੀਤੀ। ਚਰਨ ਕਮਲ ਪਰ ਸਿਰ ਧਰ ਦੀਨ। ਔਰ ਉਹਨਾਂ ਦੇ ਚਰਨ ਕਮਲਾਂ ਦੇ ਉੱਤੇ ਆਪਣਾ ਸੀਸ ਰੱਖ ਕੇ ਉਹਨਾਂ ਨੂੰ ਮੱਥਾ ਟੇਕਿਆ। ਹੋਏ ਪ੍ਰਸੰਨ ਬਿਦ ਬਾਕ ਬਖਾਨਾ। ਮਹਾਰਾਜ ਮੇਰੇ ਤੇ ਪ੍ਰਸੰਨ ਹੋ ਕੇ ਬ੍ਰਹਮਾ ਜੀ ਵਿਦ ਜੀ ਬੋਲੇ। ਆਹੋ ਨਾਗ ਨੰਦਨ ਸੁਨ ਕਾਨਾ। ਆਖਿਆ ਹੈ ਨਾਗ ਨੰਦਨ, ਕਿਉਂਕਿ ਇਹ ਨਾਗ ਵੰਸ਼ਜ ਸੀ। ਨਾਗ ਪ੍ਰਕਾਰ ਦੀ ਨਾਗ ਕੁੱਲ ਵੀ ਹੁੰਦੀ, ਨਾਗ ਵੰਸ਼ਜ ਕਿਹਾ ਜਾਂਦਾ ਇਹਨਾਂ ਨੂੰ। ਤੋ ਬ੍ਰਹਮਾ ਜੀ ਕਹਿਣ ਲੱਗੇ, ਹੈ ਨਾਗ ਪੁੱਤਰ, ਯਾਨੀ ਕਿ ਰਵਾਲ ਨੂੰ ਸੰਬੋਧਨ ਕਰਕੇ ਕਹਿੰਦੇ ਹਨ, ਸੁਣ ਤਪ ਤੈ ਸਾਧਨ ਕੀਨ ਕਨੇਰੇ। ਕਿ ਤੂੰ ਬਹੁਤ ਵੱਡੀ ਭਾਰੀ ਤਪੱਸਿਆ ਕੀਤੀ ਆ, ਤਪ ਦੀ ਸਾਧਨਾ ਕੀਤੀ, ਤੂੰ ਤਪ ਦੀ ਮੂਰਤ ਹੋ ਗਿਆ। ਵਰ ਚਾਹੋ ਜਿਮ ਹੋਏ ਉਰ ਤੇਰੇ। ਦੱਸ ਤੈਨੂੰ ਕੀ ਵਰ ਚਾਹੀਦਾ? ਬ੍ਰਹਮਾ ਜੀ ਨੇ ਆਖਿਆ, ਵਰੰਗ ਬ੍ਰਹੁ, ਦੱਸ ਕੀ ਵਰ ਚਾਹੀਦਾ, ਤੇਰੇ ਮਨ ਚ ਕੀ ਇੱਛਾ ਹੈ? ਸੁਨ ਬ੍ਰਹਮਾ ਤੇ ਜੁਗ ਕਰ ਜੋਰੇ। ਕਹਿੰਦੇ ਬ੍ਰਹਮਾ ਜੀ ਦੇ ਮੁਖੋਂ ਇਹ ਬਚਨ ਸੁਣ ਕੇ ਵਰ ਹੋਣ ਦੇ ਮੈਂ ਅੱਗੋਂ ਹੱਥ ਜੋੜ ਕੇ ਬੇਨਤੀ ਕੀਤੀ। ਜਾਚਿਓ ਜਥਾ ਮਨੋਰਥ ਮੋਰੇ। ਜੋ ਮੇਰੇ ਮਨ ਦਾ ਮਨੋਰਥ ਸੀ, ਉਹ ਮਨੋਰਥ ਮੈਂ ਬ੍ਰਹਮਾ ਜੀ ਦੇ ਕੋਲੋਂ ਮੰਗਿਆ। ਅਧਿਕ ਵਿਭੂਤ ਰਾਜਸੀ ਪਾਉ। ਮੈਂ ਆਖਿਆ ਮੈਨੂੰ ਰਾਜਸੀ ਸੱਤਾ ਪ੍ਰਾਪਤ ਚਾਹੀਦੀ ਹੈ, ਰਾਜਸੀ ਵਿਭੂਤੀ ਪ੍ਰਾਪਤ ਚਾਹੀਦੀ, ਮੇਰਾ ਆਪਣਾ ਰਾਜ ਭਾਗ ਹੋਵੇ, ਇਹ ਮੈਂ ਮੰਗ ਬ੍ਰਹਮਾ ਜੀ ਦੇ ਕੋਲੋਂ ਕੀਤੀ। ਨਿਜ ਬਰ ਦੀਜੇ ਰਾਜ ਕਮਾਉ। ਮੈਨੂੰ ਆਪਣਾ ਵਰ ਦਿਓ ਕਿ ਮੈਂ ਰਾਜ ਕਮਾਵਾਂ, ਲੰਮੇ ਸਮੇਂ ਤੱਕ ਰਾਜ ਕਰਾਂ। ਕਿਮਈ ਹੋਏ ਬਿਰੰਚ ਉਚਾਰਾ। ਬ੍ਰਹਮਾ ਜੀ ਨੇ ਆਖਿਆ, ਤਥਾ ਵਸਤੇ, ਇਸੇ ਤਰ੍ਹਾਂ ਹੀ ਹੋਵੇਗਾ ਜੋ ਤੂੰ ਮੰਗਦਾ ਹੈ। ਵਿਸ਼ਵਕਰਮਾ ਤਤਕਾਲ ਹਕਾਰਾ। ਬ੍ਰਹਮਾ ਜੀ ਨੇ ਉਸੇ ਵੇਲੇ ਵਿਸ਼ਵਕਰਮਾ ਨੂੰ ਬੁਲਾਇਆ। ਮੰਡਪ ਨਗਰ ਕਰਵਾਵਨ ਕਰਿਓ। ਮਹਾਰਾਜ ਆ ਜਿਹੜਾ ਮੰਡੀ ਦਾ ਰਿਆਸਤ ਦਾ ਇਲਾਕਾ ਹੈ, ਇਹ ਸਾਰੀ ਮੰਡੀ ਦਾ ਇਲਾਕਾ ਬ੍ਰਹਮਾ ਜੀ ਨੇ ਮੇਰੇ ਕਹਿਣ ਤੇ ਮੇਰੇ ਰਾਜ ਕਰਨ ਲਈ ਬਣਵਾ ਦਿੱਤਾ। ਇਹ ਸਾਰੀ ਰਿਆਸਤ ਜਿਹੜੀ ਹੈ ਮੰਡੀ ਦੀ, ਇਹ ਮੇਰੇ ਕਹਿਣ ਦੇ ਉੱਤੇ ਬ੍ਰਹਮਾ ਜੀ ਨੇ ਸਿਰਜੀ ਮੇਰੇ ਰਾਜ ਕਰਨ ਲਈ। ਅਬ ਮੰਡੀ ਜੈ ਨਾਮ ਉਚਰਿਓ। ਮਹਾਰਾਜ ਜਿਹਨੂੰ ਅੱਜ ਕੱਲ ਇਹ ਸੁਕੇਤ ਮੰਡੀ ਕਿਹਾ ਜਾਂਦਾ ਹੈ, ਇਹ ਜਿਹੜਾ ਮੰਡੀ ਦਾ ਇਲਾਕਾ ਹੈ, ਤਿਸ ਕੋ ਮੋਹਿ ਬਨਾਇਓ ਰਾਜਾ। ਬ੍ਰਹਮਾ ਜੀ ਨੇ ਮੰਡੀ ਸਿਰਜ ਕੇ, ਰਿਆਸਤ ਸਿਰਜ ਕੇ ਮੈਨੂੰ ਇੱਥੋਂ ਦਾ ਰਾਜਾ ਮੁਕਰਰ ਕਰ ਦਿੱਤਾ।
ਇੱਥੋਂ ਦਾ ਮੈਨੂੰ ਰਾਜ ਭਾਗ ਦੇ ਦਿੱਤਾ। ਅਧਿਕ ਬਿਰਧਾਇਓ ਰਾਜ ਸਮਾਜਾ। ਮੈਂ ਇੱਥੇ ਰਾਜ ਕਰਦਿਆਂ ਇਸ ਰਾਜ ਨੂੰ ਬਹੁਤ ਵਧਾਇਆ। ਮੰਡੀ ਰਿਆਸਤ ਦਾ ਰਾਜ ਬਹੁਤ ਵੱਡਾ ਸੀ। ਬਹੁਤ ਸਾਰੀਆਂ ਰਿਆਸਤਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਇਹ ਰਿਆਸਤ ਬਹੁਤ ਵੱਡੀ ਸੀ ਮੰਡੀ ਦੀ। ਜੀਤੇ ਦੇਸ਼ ਵਿਦੇਸ਼ ਵਿਸਾਲੇ। ਬਹੁਤ ਸਾਰੇ ਨਾਲ ਦੇ ਦੇਸ਼ ਵਿਦੇਸ਼ ਮੈਂ ਜਿੱਤ ਕੇ ਆਪਣੇ ਜ਼ੇਰ ਕਰ ਲਏ, ਆਪਣੇ ਅਧੀਨ ਕਰ ਲਏ ਮਹਾਰਾਜ। ਇਸ ਤਰ੍ਹਾਂ ਮੰਡੀ ਵਿੱਚ ਮੈਂ ਬੜੇ ਲੰਮੇ ਅਰਸੇ ਤੱਕ ਰਾਜ ਕੀਤਾ। ਕਰਿਓ ਰਾਜ ਮੈਂ ਬਹੁ ਬਲ ਨਾਲੇ। ਔਰ ਬੜੇ ਬਲ ਨਾਲ, ਤਪ ਦਾ ਬਲ ਸੀ ਮੇਰੇ ਪਾਸ। ਆਪਣੇ ਉਸ ਤਪ ਦੇ ਬਲ ਦੇ ਨਾਲ ਮੈਂ ਬੜੇ ਲੰਮੇ ਸਮੇਂ ਤੱਕ ਰਾਜ ਭੋਗਿਆ, ਰਾਜ ਕੀਤਾ। 63 ਯੁਗ ਬੀਤੇ ਇਸ ਰੀਤ। ਇੱਥੇ ਰਾਜ ਕਰਦਿਆਂ ਮੈਨੂੰ ਬਹੁਤ ਲੰਮਾ ਸਮਾਂ ਯੁਗ ਬੀਤ ਗਏ। ਭੋਗਤ ਆਨੰਦ ਰਿਪਨ ਕੋ ਜੀਤ। ਆਪਣਿਆਂ ਦੁਸ਼ਮਣਾਂ ਨੂੰ ਜਿੱਤ ਕੇ ਮੈਂ ਰਾਜ ਭੋਗ ਦਾ ਸੁੱਖ ਜਿਹੜਾ ਸੀ, ਆਨੰਦ ਸੀ, ਉਹ ਮਾਣਦਾ ਰਿਹਾ। ਤਬ ਜਛਨ ਸੋ ਰਣ ਮਮ ਪਰਿਓ। ਮਹਾਰਾਜ ਇੱਥੇ ਇੱਕ ਯਕਸ਼ ਕੁੱਲ ਹੈ ਪਹਾੜਾਂ ਦੇ ਵਿੱਚ, ਜੱਛ ਰਹਿੰਦੇ ਨੇ। ਉਹ ਜਿਹੜੇ ਜੱਛ ਨੇ ਉਹ ਆ ਗਏ ਮਹਾਰਾਜ ਮੇਰੇ ਤੇ ਬਲੀ ਹੋ ਕੇ ਫੌਜ ਲੈ ਕੇ। ਅਤੇ ਹਜ਼ਾरों ਸਨਮੁਖ ਲਰਿਓ। ਮੇਰਾ ਜੰਗ ਹੋਇਆ ਜੱਛਾਂ ਦੇ ਨਾਲ। ਸਾਡਾ ਸਾਰੇ ਜਿੰਨੇ ਵੀ ਅਸੀਂ ਗੰਧੀਲੇ ਸੀ, ਦੂਜੇ ਪਾਸਿਓ ਜੱਛ ਸਨ। ਸਾਡੀ ਜਿੰਨੀ ਵੀ ਨਾਗ ਕੁੱਲ ਦੀ ਗੰਧੀਲਾ ਕੁੱਲ ਸੀ, ਔਰ ਉਧਰਲੇ ਪਾਸੇ ਜੱਛ ਕੁੱਲ ਸੀ। ਸਾਡਾ ਬਹੁਤ ਜ਼ਿਆਦਾ ਵੱਡਾ ਭਾਰੀ ਜੰਗ ਯੁੱਧ ਹੋਇਆ। ਆਮੋ ਸਾਹਮਣੇ ਲੜ ਕੇ ਅਸੀਂ ਬਹੁਤ ਸਾਰੇ ਦੁਸ਼ਮਣਾਂ ਨੂੰ, ਇੱਕ ਦੂਜਿਆਂ ਨੂੰ ਮਾਰਿਆ। ਵੱਜਿਓ ਲੋਹ ਸੇ ਲੋਹ ਕਰਾਰਾ। ਮਹਾਰਾਜ ਲੋਹੇ ਤੇ ਲੋਹਾ ਵੱਜਿਆ। ਬੜਾ ਕਰਾਲ ਭਿਆਨਕ ਜੰਗ ਹੋਇਆ ਸਾਡਾ। ਮਚਿਓ ਮਹਾ ਸੰਗਰਾਮ ਅਖਾਰਾ। ਮਹਾਰਾਜ ਬੜਾ ਭਿਆਨਕ ਮਹਾ ਸੰਗਰਾਮ ਮਚਿਆ। ਬੜਾ ਭਿਆਨਕ ਮਹਾ ਅਖਾੜਾ ਜੰਗ ਦਾ ਰਚਿਆ ਗਿਆ। ਜਛਨ ਲਛਨ ਕਾਲਿਓ ਹੀਲਾ। ਪਰ ਮਹਾਰਾਜ ਜੱਛ ਇੰਨੇ ਸਨ, ਜਿੰਨੇ ਮਾਰਦਾ ਸੀ ਹੋਰ ਚੜ ਆਉਂਦੇ ਸੀ ਦੁੱਗਣੇ। ਉਹ ਲੱਖਾਂ ਦੀ ਗਿਣਤੀ ਵਿੱਚ ਆ ਗਏ। ਚੜ ਕੇ ਉਹਨਾਂ ਨੇ ਹੱਲਾ ਕੀਤਾ, ਮੈਨੂੰ ਘੇਰਾ ਪਾ ਲਿਆ। ਕਰਿਓ ਤਕੀਲਨ ਰੇਲਰ ਪੇਲਾ। ਮਹਾਰਾਜ ਬਥੇਰਾ ਧੱਕਾ ਮੁੱਕੀ ਹੋਈ, ਰੇਲ ਪੇਲ ਹੋਈ, ਭਾਵ ਜੰਗ ਯੁੱਧ ਹੋਏ। ਬਹੁਤਨ ਮਿਲ ਮੁਝ ਕੋ ਬਦ ਕੀਨੋ। ਮਹਾਰਾਜ ਮੇਰੇ ਸਾਥੀ ਬਹੁਤ ਮਾਰੇ ਗਏ। ਕੁਝ ਉਹਨਾਂ ਨੇ ਬੰਦੀ ਬਣਾ ਲਏ, ਮੈਨੂੰ ਵੀ ਪਕੜ ਕੇ ਉਹਨਾਂ ਨੇ ਮਾਰਿਆ। ਰਾਜ ਸਕਲ ਮੇਰੋ ਤਬ ਛੀਨੋ। ਔਰ ਇਹਨਾਂ ਜੱਛਾਂ ਨੇ ਮਹਾਰਾਜ ਜੀ ਮੇਰਾ ਰਾਜ ਖੋਹ ਲਿਆ। ਇਹ ਜੱਛ ਹੁਣ ਇਸ ਇਲਾਕੇ ਵਿੱਚ ਰਾਜ ਕਰਦੇ ਨੇ ਸੂਖਮ ਰੂਪ ਵਿੱਚ। ਸਥੂਲ ਰੂਪ ਦੇ ਵਿੱਚ ਭਾਵੇਂ ਮੰਡੀ ਦਾ ਰਾਜਾ ਹੋਰ ਹੈ, ਪਰ ਸੂਖਮ ਦ੍ਰਿਸ਼ਟੀ ਜਿਹੜੀ ਇੱਥੇ ਇਲਾਕੇ ਦੀ ਹੈ, ਉਹਦੇ ਵਿੱਚ ਮੇਰਾ ਰਾਜ ਨਹੀਂ, ਹੁਣ ਇਹਨਾਂ ਜੱਛਾਂ ਦਾ ਰਾਜ ਹੈ। ਜੈ ਪੂਰਬ ਮੈਂ ਤਪ ਬਹੁ ਤਾਪਾ। ਮਹਾਰਾਜ ਜਿਸ ਜਗ੍ਹਾ ਤੇ ਮੈਂ ਬਹੁਤ ਵੱਡੀ ਭਾਰੀ ਪੂਰਨ ਤਪੱਸਿਆ ਕੀਤੀ ਸੀ, ਵਿਦਬਰ ਤੇ ਤੀਰਥ ਏ ਥਾਪਾ। ਬ੍ਰਹਮਾ ਜੀ ਦੇ ਬਚਨਾਂ ਦੇ ਨਾਲ ਉਹ ਜਗ੍ਹਾ ਤੀਰਥ ਬਣ ਗਈ, ਜਿਹਨੂੰ ਅੱਜ ਕੱਲ ਮੇਰੇ ਨਾਂ ਦੇ ਉੱਤੇ ਰਵਾਲਸਰ ਕਿਹਾ ਜਾਂਦਾ ਹੈ। ਲਗੂ ਗਿਰਵਰ ਤਰਵਰ ਦਲ ਸਮਸਰ। ਮਹਾਰਾਜ ਇੱਥੇ ਜਿਹੜੇ ਪੱਤੇ, ਜਿਵੇਂ ਪੱਤੇ ਨਹੀਂ ਤਰਦੇ ਦਰਖਤਾਂ ਦੇ ਪੱਤੇ ਪਾਣੀ ਦੇ ਉੱਤੇ, ਏਦਾਂ ਮਹਾਰਾਜ ਤਾਲ ਦੇ ਵਿੱਚ ਪੱਥਰ ਤਰਦੇ ਹਨ। ਤਰਤ ਫਿਰਤ ਹੀਰਤ ਸਭ ਜਲ ਪਰ। ਬੜੇ ਲੋਕ ਆ ਕੇ ਵੇਖਦੇ ਨੇ ਪਾਣੀ ਤੇ ਪੱਥਰਾਂ ਨੂੰ ਪੱਤਿਆਂ ਵਾਂਗੂ ਤਰਦਿਆਂ ਹੋਇਆਂ। ਨੇਕ ਲੰਕ ਅਵਤਾਰ ਨ ਜਾਵਤ। ਮਹਾਰਾਜ ਜਦੋਂ ਤੱਕ ਨੇਕ ਲੰਕ ਅਵਤਾਰ ਨਹੀਂ ਹੁੰਦਾ, ਨੇਕ ਲੰਕ ਅਵਤਾਰ ਜਿਸ ਬਾਰੇ ਕਲਗੀਧਰ ਸਵਾਮੀ ਜੀ ਨੇ ਆਪਣੀ ਪਾਵਨ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ। ਭਲ ਭਾਗ ਪਿਆ ਹਰ ਸੰਭਲ ਕੇ ਹਰ ਜੂ ਹਰ ਮੰਦਰ ਆਵਹਿਗੇ। ਭਲ ਭਾਗ ਪਿਆ ਹਰ ਸੰਭਲ ਕੇ ਹਰ ਜੂ ਹਰ ਮੰਦਰ ਆਵਹਿਗੇ। ਕਲ ਕੀ ਅਵਤਾਰ ਕਹਾਵੈਂਗੇ। ਕਹਿੰਦੇ ਉਹ ਕਲ ਕੀ ਅਵਤਾਰ, ਜਿਸ ਨੂੰ ਨੇਕ ਲੰਕ ਅਵਤਾਰ ਕਹਿੰਦੇ ਮਹਾਰਾਜ, ਜਦੋਂ ਤੱਕ ਉਹ ਨੇਕ ਲੰਕ ਅਵਤਾਰ ਨਹੀਂ ਹੁੰਦਾ, ਵਾਸ ਕਰੋ ਮੈਂ ਇਸ ਥਲ ਤਾਵਤ। ਉਦੋਂ ਤੱਕ ਮੈਂ ਇੱਥੇ ਰਵਾਲਸਰ ਹੀ ਆਪਣਾ ਵਾਸਾ ਰੱਖਣਾ। ਉਦੋਂ ਤੱਕ ਮੈਂ ਇੱਥੇ ਹੀ ਆਪਣਾ ਨਿਵਾਸ ਰੱਖਣਾ ਹੈ। ਕਰੁਣਾ ਕਰ ਅਬ ਤੁਮ ਚਲ ਆਏ। ਮਹਾਰਾਜ ਤੁਸੀਂ ਮੇਰੇ ਤੇ ਭਾਰੀ ਤਰਸ ਕੀਤਾ, ਤੁਸੀਂ ਮੇਰੇ ਤੇ ਬੜੀ ਵੱਡੀ ਕਰੁਣਾ ਕੀਤੀ ਹੈ, ਔਰ ਕਰੁਣਾ ਕਰਕੇ ਆਪ ਚੱਲ ਕੇ ਆਏ ਹੋ। ਆਪਨੋ ਦਰਸ਼ਨ ਰੁਚਰ ਦਿਖਾਏ। ਔਰ ਆਪਣੇ ਸੋਹਣੇ ਸੁੰਦਰ ਦਰਸ਼ਨ ਆਪ ਜੀ ਨੇ ਮੈਨੂੰ ਦਿੱਤੇ ਹਨ। ਹਰ ਅਵਤਾਰ ਆਪ ਤੁਮ ਆਓ। ਮਹਾਰਾਜ ਤੁਸੀਂ ਆਪ ਸਵੈੰ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਦਾ ਪ੍ਰਤੱਖ
ਅਵਤਾਰ ਹੋ। ਵੇਖੋ ਜਿਹਦੇ ਨਾਂ ਤੇ ਜਿਹਦੇ ਤਪ ਕਰਨ ਕਰਕੇ ਤੀਰਥ ਬਣਿਆ ਰਵਾਲਸਰ, ਉਹ ਰਵਾਲਸਰ ਦਾ ਜਿਹੜਾ ਮਾਲਕ ਹੈ ਉਹ ਕਲਗੀਧਰ ਦੇ ਚਰਨਾਂ ਤੇ ਮੱਥਾ ਟੇਕ ਕੇ ਕਹਿੰਦਾ ਤੁਸੀਂ ਆਪ ਪਰਮੇਸ਼ਵਰ ਹੋ ਮਹਾਰਾਜ। ਕਿਉਂਕਿ ਇਹ ਤੀਰਥ ਵੀ ਜਿਹੜੇ ਨੇ ਗੁਰੂ ਖਾਲਸਾ ਜੀ ਇਹ ਸਤਿਗੁਰਾਂ ਦੇ ਚਰਨਾਂ ਦੀ ਧੂੜੀ ਲੋਚਦੇ ਹਨ। ਇਹ ਵੀ ਚਾਹੁੰਦੇ ਆ ਮਹਾਰਾਜ ਜੀ ਸਾਡੇ ਪਾਪਾਂ ਨੂੰ ਧੋਣ ਵਾਸਤੇ ਆਪਣੇ ਚਰਨ ਪਾ ਕੇ ਸਾਨੂੰ ਪਾਵਨ ਕਰਨ, ਪਵਿੱਤਰ ਕਰਨ। ਕਹਿੰਦਾ ਮਹਾਰਾਜ ਆਪ ਜੀ ਨੇ ਬੜੀ ਦਇਆ ਕੀਤੀ ਹੈ, ਬੜੀ ਕਿਰਪਾ ਕੀਤੀ ਹੈ, ਆ ਕੇ ਮੈਨੂੰ ਆਪਣੇ ਦਰਸ਼ਨ ਦਿੱਤੇ ਹਨ। ਤੁਸੀਂ ਆਪ ਸਵੈੰ ਪਾਰ ਬ੍ਰਹਮ ਪਰਮੇਸ਼ਰ ਦਾ ਜ਼ਾਹਰ ਪ੍ਰਤੱਖ ਅਵਤਾਰ ਹੋ। ਸਕਲ ਸ਼ਕਤ ਤਰ ਰਿਪ ਗਨ ਦਹੋ। ਮਹਾਰਾਜ ਸਾਰੀਆਂ ਸ਼ਕਤੀਆਂ ਧਾਰਨ ਕਰਕੇ ਤੁਸੀਂ ਆਪਣੇ ਦੁਸ਼ਮਣਾਂ ਨੂੰ, ਜਿਹੜੇ ਧਰਮ ਦੇ ਦੋਖੀ ਦੁਸ਼ਮਣ ਨੇ, ਉਹਨਾਂ ਨੂੰ ਦਹੋ ਨਾਸ਼ ਕਰਨ ਵਾਲੇ ਹੋ। ਮੈਂ ਅਬ ਪਰਿਓ ਆਪ ਕੀ ਸ਼ਰਨੀ। ਮਹਾਰਾਜ ਮੈਂ ਤੁਹਾਡੀ ਸ਼ਰਨ ਪੈ ਗਿਆ ਹਾਂ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੀ ਪਨਾਹ ਵਿੱਚ ਹਾਂ। ਚਾਹੋ ਨਿਕਲ ਬਿਪਤਾ ਨਿਜ ਹਰਨੀ। ਮਹਾਰਾਜ ਮੈਂ ਚਾਹੁੰਨਾ ਮੇਰੀ ਬਿਪਤਾ ਹਰੀ ਜੇ। ਜੱਛ ਮੈਨੂੰ ਬੜਾ ਤੰਗ ਕਰਦੇ, ਇੱਥੇ ਵਸਣ ਨਹੀਂ ਦਿੰਦੇ। ਇਹਨਾਂ ਮੇਰਾ ਰਾਜ ਭਾਗ ਖੋਹ ਲਿਆ ਜਿਹੜਾ ਇੱਥੇ ਸੂਖਮ ਰੂਪ ਦੇ ਵਿੱਚ। ਸਥੂਲ ਰੂਪ ਵਿੱਚ ਵੀ ਮੈਂ ਇੱਥੇ ਰਾਜ ਕੀਤਾ ਮੰਡੀ ਵਿੱਚ, ਪਰ ਹੁਣ ਸੂਖਮ ਰੂਪ ਵਿੱਚ ਮੇਰਾ ਰਾਜ ਸੀ, ਪਰ ਇਹਨਾਂ ਜੱਛਾਂ ਨੇ ਖੋਹ ਲਿਆ। ਇਹ ਮੈਨੂੰ ਪਰੇਸ਼ਾਨ ਕਰਦੇ, ਇੱਥੇ ਰਵਾਲਸਰ ਵੀ ਨਹੀਂ ਰਹਿਣ ਦਿੰਦੇ। ਮਹਾਰਾਜ ਮੈਂ ਹੁਣ ਦੁਖੀ ਹੋ ਕੇ, ਵਿਆਕੁਲ ਹੋ ਕੇ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਹੇ ਮੇਰੇ ਗਰੀਬ ਨਵਾਜ ਸਤਿਗੁਰੂ, ਮੇਰੇ ਤੇ ਤਰਸ ਕਰਕੇ ਮੈਨੂੰ ਰੱਖ ਲਓ। ਮੈਂ ਤੁਹਾਡੀ ਪਨਾਹ ਵਿੱਚ ਹਾਂ, ਤੁਹਾਡੀ ਸ਼ਰਨ ਵਿੱਚ ਹਾਂ। ਕਿਰਪਾ ਕਰੋ ਪ੍ਰਭ ਬਨੋ ਸਹਾਏ। ਦਾਸ ਜਾਨ ਕਰ ਲਿਓ ਬਚਾਏ। ਮਹਾਰਾਜ ਕਿਰਪਾ ਕਰੋ ਪ੍ਰਭੂ ਜੀ, ਮੇਰੇ ਸਹਾਈ ਹੋਵੋ, ਮੈਨੂੰ ਆਪਣਾ ਦਾਸ ਜਾਣ ਕੇ ਬਚਾ ਲਓ। ਮੈਂ ਤੁਹਾਡੇ ਚਰਨਾਂ ਦਾ ਦਾਸ ਹਾਂ ਮਹਾਰਾਜ, ਤੁਹਾਡੇ ਚਰਨਾਂ ਦਾ ਸੇਵਕ ਹਾਂ ਮਹਾਰਾਜ। ਮੈਨੂੰ ਬਚਾ ਲਓ ਮੇਰੇ ਗਰੀਬ ਨਵਾਜ, ਰੱਖ ਲਓ, ਰੱਖ ਲਓ। ਮੰਪਾਹ 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 ਤੋ ਸ਼ਰਣੰ। ਰੱਖ ਲਓ ਮਹਾਰਾਜ ਗਰੀਬ ਨਵਾਜ, ਰੱਖ ਲਓ, ਤੁਹਾਡੀ ਸ਼ਰਨ ਵਿੱਚ ਹਾਂ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਜਿਤ ਦੁਆਰਾ ਉਬਰਤ ਤਾ ਲਹੋ ਉਭਾਰ। ਮਹਾਰਾਜ ਰੱਖ ਲੋ, ਤੁਹਾਡੀ ਸ਼ਰਨ ਵਿੱਚ ਹਾਂ। ਜਿਤਕ ਸੁਰ ਅਸੁਰ ਜਗ ਸਮੁਦਾਏ। ਇਹ ਜਿਤਨੇ ਦੇਵਤੇ ਦਾਨਵ ਜਗਤ ਦੇ ਵਿੱਚ ਹਨ, ਤੁਮ ਨਿਜ ਆਗਿਆ ਬਿਖੇ ਚਲਾਏ। ਮਹਾਰਾਜ ਇਹ ਸਾਰੇ ਤੁਹਾਡੀ ਆਗਿਆ 'ਚ ਚੱਲਦੇ ਹਨ। ਬੰਗ ਕੇ ਬੰਗਾਲੀ, ਫਿਰੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲ ਵਾਲੀ, ਤੇਰੀ ਆਗਿਆ ਮੈਂ ਚਲਤ ਹੈ, तेरी आज्ञा में चलत है। हुक्म अंदर सबको, बाहर हुक्म ना कोई। महाराज सब कुछ तुहाडे हुक्म विच है, सब कुछ हुक्मे वरतदा। महाराज सब कुछ तुहाडे हुक्म च वरतदा है। देव दानव जच सब तुहाडे हुक्म विच हन। जो ने माने सो तुम मारा। खालसा जी ये भी सूखम रूप च ही हन। जिवें महाराज जी ने जिक्र किन्नर गंधर्व गान करा गन, जच अपच्छर नृत दिखावै। ये जच भी एक कौम है, ये भी एक प्रकार की जाति है। जच जिवें गंधीले हन, नागवंशज हन, इस तरह भी एक सूखम मंडल के वरतारे विच बरतन वाले ने। किन्नर गंधर्व गान करा गन, जच अपच्छर नृत, संखन की धुन घंटन की, कर फूलन की बरखा बरखावै। तो ये जच ने, इहदा जच्छां दे नाल लड़ाई सी, इहदी ओहनूं टिकण नहीं सर दिंदे। कहंदा महाराज मैं तुहाडी शरण विच हां, ये सारे सुर असुर तुहाडी आग्या विच हन। जो ने माने सो तुम मारा। जेड़ा तुहाडी आग्या नूं नहीं मनदा उहनां नूं तुसीं मारदे हो। सब पर हुक्म आपको पारा। सारियां ते तुहाडा अमोड़ अफार हुक्म वरतदा है। जच्छन को बल ते समझावो। महाराज इन्हां जच्छां नूं तुसीं अपने बल नाल समझाओ, इदां नहीं समझदे जच्छ। इन्हां नूं अपने बल दी थोड़ी जी झाकी विखाओ महाराज, ਇਹ ਤਾਂ ਸਮਝਣਗੇ। ਵਧਿਓ ਬੈਰ ਵਿਸਾਲ ਮਿਟਾਵੋ। ਇਹਨਾਂ ਨਾਲ ਮੇਰਾ ਵੈਰ ਵਧਿਆ ਹੋਇਆ, ਕਿਰਪਾ ਕਰੋ ਮਹਾਰਾਜ
ਮੇਰਾ ਵੈਰ ਇਹਨਾਂ ਨਾਲੋਂ ਮਿਟ ਜਾਵੇ। ਇਮਰਵਾਲ ਕੀ ਬਿਨਤੀ ਸੁਨ ਕੇ, ਰਿਵਾਲ ਦੀ ਇਹ ਬੇਨਤੀ ਕਲਗੀਧਰ ਸਵਾਮੀ ਜੀ ਨੇ ਸੁਣੀ। ਸ਼ਰਨ ਪਰਿਓ ਆਪਣੀ ਮਨ ਗੁਣ ਕੈ, ਇਹ ਆਪਣੇ ਮਨ ਵਿੱਚ ਸਤਿਗੁਰਾਂ ਦੀ ਸ਼ਰਨ ਨੂੰ ਗ੍ਰਹਿਣ ਕਰਕੇ ਸ਼ਰਣੀ ਪੈ ਗਿਆ। ਸ਼੍ਰੀ ਕਲਗੀਧਰ ਤਨੁਖ ਸੰਭਾਰਾ, ਉਸ ਵੇਲੇ ਕਲਗੀਧਰ ਸਵਾਮੀ ਜੀ ਨੇ ਆਪਣਾ ਤਨਖ ਸੰਭਾਲਿਆ, ਹੱਥ ਵਿੱਚ ਮੋਢੇ ਤੋਂ ਤਨਖ ਲਾਇਆ। ਤਾਨਿਓ ਪਾਨ ਤਾਨ ਤੇ ਪਾਰਾ, ਉਹਦੀ ਤੰਦੀ ਪਕੜ ਕੇ ਕੱਲੀ ਮਹਾਰਾਜ ਜੀ ਨੇ ਕੰਨਾਂ ਤੱਕ ਖਿੱਚੀ ਹੈ। ਗਹੀ ਜਿਹੇ ਜਬ ਕਾਨ ਲਗਾਈ, ਜਦੋਂ ਉਹਦੀ ਤੰਦੀ ਪਕੜ ਕੇ ਖਿੱਚ ਕੇ ਚੁਟਕੀ ਐਨ ਪਿੱਛੇ ਕੰਨਾਂ ਤੱਕ ਚਲੀ ਗਈ ਕਲਗੀਧਰ ਦੇ। ਚਾਂਪ ਨਾਦ ਵੱਡ ਪਇਓ ਤਦਾਈ, ਕਹਿੰਦੇ ਉਸ ਤਨਖ ਦੇ ਵਿੱਚੋਂ ਚਿਰੜ ਚਿਰੜ ਦੀ ਜਿਹੜੀ ਆਵਾਜ਼ ਆਈ, ਇਤਨੀ ਭਿਆਨਕ ਸੀ, ਇਤਨੀ ਕੰਪਾਇਮਾਨ ਕਰਨ ਵਾਲੀ ਸੀ। ਦਿਨ ਤੇ ਗਨ ਪਰ ਜਿੰਨੇ ਪਹਾੜ ਸਨ ਕੰਬ ਗਏ ਉਸ ਆਵਾਜ਼ ਦੇ ਨਾਲ। ਕਹਿੰਦੇ ਉਸ ਤੰਦੀ ਵੀਰਸ ਵਿੱਚ ਆਏ ਨੇ ਸਵਾਮੀ ਜੀ, ਤੰਦੀ ਖਿੱਚੀ ਆ, ਤੀਰ ਨਹੀਂ ਪਾਇਆ ਵਿੱਚ, ਤੇ ਤੰਦੀ ਖਿੱਚਦਿਆਂ ਜਿਵੇਂ ਕਮਾਨਕ ਸੀ ਕਿ ਪਹਾੜ ਇੱਕ ਵਾਰੀ ਕੰਬ ਗਏ। ਪਏ ਹਲਾ ਚਲ ਸ਼ਬਦ ਉਠਾਏ, ਇੱਕਦਮ ਪਹਾੜ ਕੰਬਣ ਲੱਗੇ ਆਪਣੀ ਥਾਂ ਤੋਂ, ਇੰਨਾ ਭਿਆਨਕ ਸ਼ਬਦ ਤੇ ਨਾਦ ਉੱਠਿਆ। ਸਭ ਤੇ ਤਬ ਆਵਾਜ਼ ਮੇ ਆਈ, ਉਹ ਪਹਾੜਾਂ ਵਿੱਚੋਂ, ਉਹਨਾਂ ਦਰਖਤਾਂ ਵਿੱਚੋਂ ਜਦੋਂ ਕੰਬਣ ਲੱਗੇ, ਉਹਨਾਂ ਵਿੱਚੋਂ ਆਵਾਜ਼ ਆਈ, ਇੱਕਦਮ ਆਵਾਜ਼ ਆਈ। ਉਹ ਆਵਾਜ਼ ਕੀ ਸੀ ਸੁਣੋ ਭਾਈ। ਰੱਖ ਲਿਓ ਹਮ ਤੁਮ ਸ਼ਰਨਾਈ, ਆਵਾਜ਼ ਆਈ, ਮਹਾਰਾਜ ਰੱਖ ਲੋ, ਕਲਗੀਧਰ ਜੀ ਰੱਖ ਲੋ, ਅਸੀਂ ਤੁਹਾਡੀ ਸ਼ਰਨ ਵਿੱਚ ਹਾਂ। ਜਦੋਂ ਤਨਖ ਦੀ ਆਵਾਜ਼ ਆਈ ਨਾ, ਬੜੀ ਭਿਆਨਕ ਸੀ, ਪਹਾੜ ਕੰਬ ਉੱਠੇ, ਦਰਖਤ ਕੰਬ ਉੱਠੇ, ਤੇ ਉਹ ਹਲਚਲ ਏਦਾਂ ਹਲਚਲ ਜਿਵੇਂ ਖਤਮ ਹੀ ਹੋਣ ਲੱਗੇ ਨੇ, ਗਰਕ ਹੀ ਹੋਣ ਲੱਗੇ ਨੇ, ਟਿਕਿਆ ਨਾ ਜਾਵੇ ਉਹਨਾਂ ਪਾਸੋਂ। ਮਹਾਰਾਜ ਜੀ ਦਾ ਤੇਜ ਇੰਨਾ ਸੀ। ਆਵਾਜ਼ ਆਈ ਉਹਨਾਂ ਵਿੱਚੋਂ, ਮਹਾਰਾਜ ਕਲਗੀਧਰ ਸਵਾਮੀ, ਏ ਦੀਨ ਦੁਨੀਆ ਦੇ ਵਾਲੀ, ਵਾਲੀਏ ਕੁਲ ਆਲਮ, ਨੂਰੇ ਸਰਵਰੇ ਕਾਇਨਾਤ, ਦਸ਼ਮੇਸ਼ ਪਿਤਾ ਜੀ ਸਾਨੂੰ ਰੱਖ ਲੋ। ਇਤਨੇ ਬਿਖੈ ਪੁਰਖ ਇੱਕ ਆਇਓ, ਇਹਨੇ ਨੂੰ ਇੱਕ ਪੁਰਖ ਮਹਾਰਾਜ ਜੀ ਦੇ ਚਰਨਾਂ 'ਚ ਕੰਬਦਾ ਕੰਬਦਾ ਹਾਜ਼ਰ ਹੋਇਆ। ਸਤਿਗੁਰ ਕੇ ਸਨਮੁਖ ਦ੍ਰਿਸ਼ਟ ਆਇਓ, ਸਤਿਗੁਰੂ ਜੀ ਦੇ ਸਨਮੁਖ ਇੱਕਦਮ ਪ੍ਰਗਟ ਹੋਇਆ। ਤਨ ਮੈਂ ਰੋਮ ਜਟਾ ਸਮਝਾਈ, ਸਰੀਰ ਦੇ ਉੱਤੇ ਜਿਵੇਂ ਜਟਾਵਾਂ ਹੁੰਦੀਆਂ ਨੇ, ਇਦਾਂ ਇਹਦੇ ਸਾਰੇ ਸਰੀਰ ਦੇ ਉੱਤੇ ਰੋਮ ਸਨ। ਮ੍ਰਿਗ ਕੋ ਚਰਮ ਓਡ ਕਰਤਾਈ, ਔਰ ਇਹਦੇ ਸਰੀਰ ਦੇ ਉੱਤੇ ਇਹਨੇ ਇੱਕ ਹਿਰਨ ਦੀ ਜਿਹੜੀ ਖੱਲੜੀ ਹੁੰਦੀ ਹੈ ਨਾ, ਚਮੜੀ, ਉਹ ਹਿਰਨ ਦਾ ਚੰਮ ਜਿਹੜਾ ਮਿਰਗਾਵਲ, ਉਹ ਆਪਣੇ ਸਰੀਰ ਦੇ ਉੱਤੇ ਲਪੇਟੀ ਹੋਈ ਹੈ। ਲਾਲ ਬਿਲੋਚਨ ਅੰਗ ਬਡੇਰੇ, ਅੱਖਾਂ ਇਹਦੀਆਂ ਲਾਲ ਨੇ, ਸਰੀਰ ਦੇ ਅੰਗ ਬੜੇ ਥੂਲ ਤੇ ਵੱਡੇ ਹਨ। ਮੁਖ ਪਰ ਸ਼ਮਸ ਆਏ ਤਿਸ ਬੇਰੇ, ਇਹਦੇ ਚਿਹਰੇ ਦੇ ਉੱਤੇ ਵੱਡਾ ਸਾਰਾ ਚਿੱਟੇ ਰੰਗ ਦਾ ਸਫੇਦ ਦਾੜਾ ਹੈ। ਸਨਮੁਖ ਖਰੋ ਹੋਏ ਬੰਦਨਾ ਠਾਨੀ, ਸਤਿਗੁਰਾਂ ਦੇ ਸਨਮੁਖ ਖਲੋ ਕੇ ਨੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੰਦਨਾ ਕੀਤੀ, ਆਖਿਆ ਰੱਖ ਲੋ ਮਹਾਰਾਜ, ਰੱਖ ਲੋ ਰੱਖ ਲੋ, ਏਦਾਂ ਬੇਨਤੀਆਂ ਕਰਦਾ ਹੈ। ਹੱਥ ਜੋਰ ਬੋਲਿਓ ਇਮ ਬਾਨੀ, ਹੱਥ ਜੋੜ ਕੇ ਕਲਗੀਧਰ ਜੀ ਨੂੰ ਬੇਨਤੀ ਕਰਦਿਆਂ ਬੋਲਿਆ, ਕਹਿਣ ਲੱਗਾ, ਪ੍ਰਭ ਜੀ ਅਬ ਨੇ ਸਮਾ ਤੁਮਾਰਾ, ਮਹਾਰਾਜ ਗਰੀਬ ਨਵਾਜ, ਹਾਲੇ ਇਸ ਪ੍ਰਕਿਰਤੀ ਨੂੰ, ਕੁਦਰਤ ਨੂੰ ਖਤਮ ਕਰਨ ਦਾ ਸਮਾਂ ਨਹੀਂ ਹੋਇਆ। ਹਾਲੇ ਇਸ ਸੰਸਾਰ ਨੂੰ ਖਤਮ ਕਰਨ ਦਾ ਸਮਾਂ ਨਹੀਂ ਹੋਇਆ। ਇਤਿਆਵਨ ਕੋ ਲਿਓ ਵਿਚਾਰਾ, ਪਾਤਸ਼ਾਹ ਜੀ ਆਪ ਜੀ ਇੱਥੇ ਆਇਓ, ਇੱਥੇ ਆਉਣ ਦੀ ਵਿਚਾਰ ਕਰੋ। ਅਬ ਤੁਮ ਗਮਨੋ ਆਪਣੇ ਡੇਰੇ, ਮਹਾਰਾਜ ਹਾਲੇ ਸਾਡਾ ਇੱਥੇ ਸਮਾਂ, ਸਾਡਾ ਰਾਜ ਜਿਹੜਾ ਸਾਨੂੰ ਮਿਲਿਆ ਹੋਇਆ, ਉਹ ਸਾਡਾ ਸਮਾਂ ਹੈ। ਆਪ ਜੀ ਕਿਰਪਾ ਕਰੋ, ਆਪ ਜੀ ਆਪਣੇ ਆਸਣਾਂ ਤੇ ਬਿਰਾਜਮਾਨ ਹੋਵੋ। ਚਿਰੰਕਾਲ ਪੁਨ ਕਰੀਏ ਫੇਰੇ, ਮਹਾਰਾਜ ਆਪ ਜੀ ਨੇ ਫਿਰ ਆਉਣਾ, ਨੇਕ ਲੰਕ ਰੂਪ ਹੋ ਕੇ, ਤੁਹਾਡੀ ਅੰਸ਼ ਨਹੀਂ ਆਉਣਾ ਹੈ। ਜਬ ਫੈਲੇ ਗੋ ਪੰਥ ਵਿਸਾਲਾ, ਜਦੋਂ ਆਪ ਜੀ ਦਾ ਪੰਥ ਫੈਲੇਗਾ, ਰਚਿਓ ਖਾਲਸਾ ਜੋ ਸ਼ੁਭ ਚਾਲਾ, ਜਿਹੜਾ ਸ਼ੁਭ ਚਾਲ ਮਰਿਆਦਾ ਵਾਲਾ ਖਾਲਸਾ ਪੰਥ ਆਪ ਜੀ ਨੇ ਰਚਿਆ ਸਿਰਜਿਆ ਹੈ। ਤਬ ਤੁਮ ਜਛਨ ਕੇ ਹੋਏ ਨੇਰੇ, ਮਹਾਰਾਜ ਉਦੋਂ ਅਸੀਂ, ਮੈਂ ਜੱਛ ਹਾਂ, ਜੱਛਾਂ ਦਾ ਰਾਜਾ ਹਾਂ, ਅਸੀਂ ਸਾਰੇ ਜੱਛ ਆਪ ਜੀ ਦੇ ਚਰਨਾਂ ਦੇ ਦਾਸ ਹੋਵਾਂਗੇ। ਕਰਨੇ ਭਲੇ ਆਨ ਕਰ ਡੇਰੇ, ਆਪ ਜੀ ਨੇ ਉਦੋਂ ਇੱਥੇ ਆ ਕੇ ਡੇਰਾ ਕਰਨਾ। ਰਵਾਲਸਰ ਸਾਹਿਬ ਮਹਾਰਾਜ ਜਦੋਂ ਨੇਕ ਲੰਕ ਰੂਪ ਹੋ ਕੇ ਸੰਭਲ ਤੋਂ ਆਉਣਾ ਹੈ,
ਇੱਥੇ ਆ ਕੇ ਆਪ ਜੀ ਨੇ ਨਿਵਾਸ ਕਰਨਾ। ਆਪ ਜੀ ਦਾ ਖਾਲਸਾ ਪੰਥ ਆਪ ਜੀ ਦੇ ਨਾਲ ਹੋਵੇਗਾ। ਮੇਰੋ ਸਰਦ ਧਾਰ ਜਛ ਨਾਮੋ। ਮਹਾਰਾਜ ਮੇਰਾ ਨਾਮ ਸ਼ਰਦ ਧਾਰ ਹੈ, ਜਛ ਹਾਂ ਮੈਂ ਔਰ ਮੇਰਾ ਨਾਮ ਸ਼ਰਦ ਧਾਰ ਹੈ। ਨਾਗਨ ਸੰਗ ਸਦਾ ਸੰਗਰਾਮੋ। ਆ ਜਿਹੜੇ ਨਾਗ ਵੰਸ਼ਜ ਨੇ ਰਵਾਲ ਤੁਹਾਡੇ ਕੋਲ ਖੜਾ, ਇਹਨਾਂ ਨਾਲ ਮੇਰਾ ਨਿਤ ਜੰਗ ਹੁੰਦਾ ਹੈ, ਇਹਨਾਂ ਨਾਲ ਸਾਡਾ ਹਮੇਸ਼ਾ ਜੰਗ ਯੁੱਧ ਰਹਿੰਦਾ ਹੈ। ਕਰਤ ਰਹੇ ਜਛ ਮਾਰਨ ਮਰਨੋ। ਜਾਛਾਂ ਨੂੰ ਇਹ ਮਾਰਦੇ ਰਹੇ ਨੇ, ਜਛ ਇਹਨਾਂ ਨੂੰ ਮਾਰਦੇ ਰਹੇ ਹਨ। ਵਿਜੈ ਪਰਾਜੇ ਹੋਏ ਨਿਤ ਲਰਨੋ। ਸਾਡੀ ਰੋਜ਼ ਮਹਾਰਾਜ ਦੀ ਲੜਾਈ ਹੁੰਦੀ ਹੈ, ਕਦੇ ਜਿੱਤ ਜਾਂਦੇ ਨੇ, ਕਦੇ ਅਸੀਂ ਜਿੱਤ ਜਾਂਦੇ ਹਾਂ। ਕਰੋ ਨਾ ਪੱਖ ਆਪ ਕਿਸ ਕੇਰੇ। ਮਹਾਰਾਜ ਜਿੰਨਾ ਇਹ ਤੁਹਾਡਾ ਉਹਨਾਂ ਮੈਂ ਵੀ ਤੁਹਾਡਾ ਹੀ ਆ। ਮਹਾਰਾਜ ਪੱਖਵਾਦ ਨਾ ਕਰੋ, ਰਵਾਲ ਦੇ ਆਖੇ ਲੱਗ ਕੇ ਸਾਨੂੰ ਨਾ ਮਾਰੋ, ਅਸੀਂ ਵੀ ਤਾਂ ਤੁਹਾਡੇ ਹੀ ਸੇਵਕ ਆ। ਮਹਾਰਾਜ ਪੱਖਵਾਦ ਨਾ ਕਰੋ ਗਰੀਬ ਨਵਾਜ ਜੀ, ਜੇ ਤੁਹਾਡੀ ਸ਼ਰਨ ਹੈ ਤੇ ਅਸੀਂ ਵੀ ਤੁਹਾਡੀ ਸ਼ਰਨ ਵਿੱਚ ਹਾਂ। ਸਭ ਕੇ ਸਾਂਝੇ ਸਦਾ ਬਡੇਰੇ। ਮਹਾਰਾਜ ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਮਹਾਰਾਜ ਤੁਸੀਂ ਸਾਡੇ ਸਾਰਿਆਂ ਦੇ ਸਾਂਝੇ ਹੋ ਸੁਆਮੀ ਜੀ। ਪੱਖਵਾਦ ਨਾ ਕਰੋ ਕਿ ਰਵਾਲ ਨੇ ਆ ਕੇ ਬੇਨਤੀ ਕੀਤੀ, ਆਪ ਜੀ ਜੱਛਾਂ ਨੂੰ ਮਾਰ ਦੇਣ ਲੱਗੇ ਸੀ ਧਨਕ ਦੀ ਤੰਦੀ ਖਿੱਚ ਕੇ। ਮਹਾਰਾਜ ਇਹ ਜੱਛ ਵੀ ਤਾਂ ਤੁਹਾਡੀ ਸ਼ਰਨ ਚ ਹਨ, ਇਹ ਵੀ ਤਾਂ ਤੁਹਾਡੀ ਪਨਾਹ ਵਿੱਚ ਨੇ। ਕਿਰਪਾ ਕਰੋ ਮਹਾਰਾਜ, ਭਾਵੇਂ ਉਹ ਨੇ ਭਾਵੇਂ ਅਸੀਂ ਹਾਂ, ਉਦਾਂ ਭਾਵੇਂ ਸਾਡੀ ਲੜਾਈ ਹੁੰਦੀ ਰਹਿੰਦੀ ਹੈ, ਅਸੀਂ ਹਾਰਦੇ ਜਿੱਤਦੇ ਰਹਿੰਦੇ ਹਾਂ, ਲੜਾਈਆਂ 'ਚ ਇਹੀ ਕੁਝ ਹੁੰਦਾ ਮਹਾਰਾਜ। ਪਰ ਹਾਂ ਤਾਂ ਤੁਹਾਡੇ ਘਰ ਦੇ ਚਿਹਰੇ। ਜਬ ਤੁਮ ਐਹੋ ਧਾਮ ਹਮਾਰੇ। ਮਹਾਰਾਜ ਜਦੋਂ ਨੇਕਲੰਕ ਰੂਪ ਧਾਰਨ ਕਰਕੇ ਆਪ ਜੀ ਦੀ ਅੰਸ਼ ਵਿੱਚੋਂ ਹੀ ਨੇਕਲੰਕ ਨੇ ਆਉਣਾ ਹੈ, ਉਹ ਨੇਕਲੰਕ ਜਦੋਂ ਆਪ ਜੀ ਦਾ ਸਵਰੂਪ ਇੱਥੇ ਆਵੇਗਾ। ਡੇਰਾ ਕਰੋ ਲੈ ਦਲ ਭਾਰੇ। ਮਹਾਰਾਜ ਇੱਥੇ ਹੀ ਆ ਕੇ ਆਪ ਜੀ ਦਾ ਡੇਰਾ ਹੋਣਾ, ਮੰਡੀ ਦੇ ਇਲਾਕੇ ਵਿੱਚ ਵੱਡੇ ਦਲ ਨਾਲ। 10,000 ਦਲ ਹਮ ਤਬ ਦੇ। ਮਹਾਰਾਜ ਉਦੋਂ ਜੱਛਾਂ ਵਿੱਚੋਂ 10,000 ਜੱਛਾਂ ਦੀ ਫੌਜ ਅਸੀਂ ਆਪ ਜੀ ਦੇ ਚਰਨਾਂ 'ਚ ਭੇਟ ਕਰਨੀ ਹੈ। 10,000 ਫੌਜ ਸਾਡੀ ਜੱਛਾਂ ਦੀ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਵੇਗੀ। ਪੰਥ ਤੁਮਾਰੇ ਵਿਖੇ ਮਿਲੇ ਹੈ। ਉਹ ਤੁਹਾਡੇ ਪੰਥ ਵਿੱਚ ਆ ਕੇ ਤੁਹਾਡੇ ਪੰਥ ਦੀ ਸੇਵਾ ਕਰਨਗੇ। ਸਗਰੇ ਕਾਰਜ ਭਲੇ ਸੁਧਾਰੇ। ਔਰ ਨੇਕਲੰਕ ਰੂਪ ਹੋ ਕੇ ਜਿਹੜੇ ਕਾਰਜ ਆਪ ਜੀ ਨੇ ਸੁਧਾਰਨੇ ਹਨ, ਉਹ ਸਾਰੇ ਕਾਰਜ ਸੁਧਰਨਗੇ। ਸ਼ਤਰੂ ਪੰਥ ਕੇ ਸਭ ਨਿਰਵਾਰ। ਜਿਹੜੇ ਖਾਲਸੇ ਪੰਥ ਦੇ ਸ਼ਤਰੂ ਦੁਸ਼ਮਣ ਨੇ, ਉਹਨਾਂ ਸਾਰਿਆਂ ਦਾ ਨਾਸ਼ ਹੋਵੇਗਾ, ਉਹਨਾਂ ਸਾਰਿਆਂ ਦੀ ਨਿਰਵਿਰਤੀ ਹੋਵੇਗੀ। ਲਖੋ ਭਵਿੱਖਤ ਏਵ ਬਿਰਤਾਂਤ। ਮਹਾਰਾਜ ਆਉਣ ਵਾਲੇ ਸਮੇਂ 'ਚ ਭਵਿੱਖ 'ਚ ਬਿਰਤਾਂਤ ਹੋਵੇਗਾ। ਹਮਰੇ ਹੋ ਅਲੰਭ ਭਗਵੰਤ। ਮਹਾਰਾਜ ਜੀ ਤੁਸੀਂ ਸਾਡੇ ਅਲੰਭ ਹੋ, ਭਗਵੰਤ ਜੀ ਤੁਸੀਂ ਸਾਡੇ ਆਸਰੇ ਹੋ। ਮਹਾਰਾਜ ਤੁਹਾਡੇ ਬਿਨਾਂ ਸਾਡਾ ਕੌਣ ਆਸਰਾ ਹੈ? ਹੁਣ ਵੀ ਉਦੋਂ ਵੀ ਤੁਸੀਂ ਸਾਡੇ ਆਸਰੇ ਹੋਣਾ ਹੈ। ਦੋਹਰਾ ਗਨ ਜਚਨ ਕੋ ਜੂਥ ਪਤ। ਜਬੈ ਕਯੋ ਇਸ ਭਾਂਤ। ਜਦੋਂ ਇਹਨਾਂ ਜੱਛਾਂ ਦੇ ਜੂਥ ਪਾਤ ਸ਼ਰਦ ਧਾਰ, ਜੂਥ ਪਾਤ ਕਹਿੰਦੇ ਨੇ ਸੈਨਾਪਤੀ ਨੂੰ, ਜਥੇਦਾਰ ਨੂੰ। ਇਹਨਾਂ ਜੱਛਾਂ ਦਾ ਜਿਹੜਾ ਇਹ ਰਾਜਾ ਸੀ ਸਰਦ ਧਾਰ ਇਹਦਾ ਨਾਂ ਹੈ। ਇਹਨੇ ਜਦੋਂ ਇਸ ਪ੍ਰਕਾਰ ਨਾਲ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਸ਼੍ਰੀ ਕਲਗੀਧਰ ਸੁਨ ਸਕਲ ਬੋਲੇ ਬਚ ਬਖਿਆਤ। ਇਹਦੀ ਬੇਨਤੀ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਬਚਨ ਬਿਲਾਸ ਹੋਏ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ ਬੇਨਤੀ ਹੈ ਕਿ 2 ਅਕਤੂਬਰ ਨੂੰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਗੁਰਮਤਿ ਸਮਾਗਮ ਹੋ ਰਹੇ ਨੇ। ਇਹ ਗੁਰਮਤਿ ਸਮਾਗਮ 9ਵੇਂ ਪਾਤਸ਼ਾਹ ਜੀ ਨੇ ਜਿਸ ਦਿਨ ਮੋਤੀ ਬਾਗ ਸਾਹਿਬ ਵਿਖੇ ਚਰਨ ਪਾਏ ਸਨ, ਉਸ ਦਿਨ ਦੇ ਸੰਬੰਧ ਵਿੱਚ ਪਰਸੋਂ ਉਹ ਪਵਿੱਤਰ ਦਿਨ ਹੈ ਜਿਸ ਦਿਨ ਸਾਹਿਬ 9ਵੇਂ ਪਾਤਸ਼ਾਹ ਨੇ ਗੁਰਦੁਆਰਾ ਮੋਤੀ ਬਾਗ ਸਾਹਿਬ ਆਪਣੇ ਚਰਨ ਪਾ ਕੇ ਧਰਤੀ ਨੂੰ ਭਾਗ ਲਾਏ। ਉਹ ਦਿਨ ਹਰ ਸਾਲ ਪਟਿਆਲੇ ਸ਼ਹਿਰ ਦੀਆਂ ਸੰਗਤਾਂ ਵੱਲੋਂ ਬੜੇ ਚਾਅ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਇਸ ਸਾਲ ਇਸ ਵਰੇ ਵੀ ਮਨਾਏ ਜਾ ਰਹੇ ਨੇ। 2 ਅਕਤੂਬਰ ਨੂੰ ਰਾਤ ਨੂੰ
7 ਵਜੇ ਤੋਂ ਲੈ ਕੇ ਤਕਰੀਬਨ 11 ਵਜੇ ਤੱਕ ਕੀਰਤਨ ਦਰਬਾਰ ਹੋਣਗੇ ਔਰ ਸਵੇਰੇ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਹਾਜ਼ਰੀਆਂ ਭਰਨਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਗੁਰੂ ਕੇ ਲੰਗਰ ਵੀ ਅਟੁੱਟ ਵਰਤਣਗੇ। ਇਹ ਬੇਨਤੀ ਪ੍ਰਬੰਧ ਵੱਲੋਂ ਸਮੂਹ ਸੰਗਤ ਨੇ ਪ੍ਰਵਾਨ ਕਰਨੀ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। हे अच्युत हे पार ब्रह्म हे पुरन हे सर्वमय हे संगी हे निरंकार हे गोबिंद हे गुण निधान हे अपरंपर हर हरे हे संतः कै सदा संग हे ठाकुर हो दासरो नानक दीजै नाम दान आए प्रभ शरणागति एक अखर हर मन बस्त वाहिगुरु नाम जहाज है जो शरदा कर सेवंदे वाहिगुरु नाम जहाज है जो शरदा कर सेवंदे। वाहिगुरु जी का खालसा वाहिगुरु जी की फतेह।